ਐ ਟੀਵੀ ਦੇ ਉੱਤੇ ਚੱਲ ਰਿਹਾ ਵੀ ਕਿਸਾਨਾਂ ਦੀਆਂ ਮੰਗਾਂ ਕੀ ਨੇ। 5 ਮੰਗਾਂ ਇਹ ਇਹਨਾਂ ਦਾ ਹੀ ਟੀਵੀ ਹੈ ਜਿਹੜਾ ਮਤਲਬ ਸ਼ੋਅ ਕਰ ਦੱਸ ਰਿਹਾ ਵੀ ਆਹ ਇਹਨਾਂ ਦੀਆਂ 5 ਮੰਗਾਂ ਨੇ, ਜਿਹਦੇ ਵਿੱਚ ਇੱਥੋਂ ਤੱਕ ਵੀ ਆਈ ਹੈ ਗੱਲ ਖਬਰਾਂ ਵੀ ਕਿਸਾਨਾਂ ਨੇ ਚੱਲ ਰਹੇ ਅੰਦੋਲਨ ਦੌਰਾਨ गिरफ्तार होए ਜਾਂ परचे दर्ज किए गए ਜਿਹੜੇ किसानों के उत्ते उन्होंने किसानों के मतलब परचे रद्द करने की मंग की है। हुण साडी मंग की है तुसीं अंदाजा ला लो तो जोड़िया किधरले पासे जा रहा है। सरकार का यतन रहा कि सानू ये बार बार कहा गया भी 5 बंदे आ जाओ जी, 5 बंदे नाल मीटिंग कर लीए, तुसीं छोटी कमेटी बना लो जी, 5 बंदे नाल मीटिंग कर लीए। हुण जिथे 500 किसान संगठनों के नाल रल के लड़ाई लड़ रहे हैं तो 5 बंदे उहदा फैसला किवें कर लैणगे। ਹੁਣ ਸਰਕਾਰ ਇੰਨੀ ਉਤਾਵਲੀ ਹੈ ਤੇ ਮੈਂ ਕਹਿੰਦਾ ਵੀ ਸਰਕਾਰ ਉਹਦੇ ਇੰਨੀ ਉਤਾਵਲੀ ਸੀ, ਸਾਨੂੰ ਪਤਾ ਨਹੀਂ ਕੀ ਹਾਥੀ ਵੀ ਦੇ ਦੇਣਾ ਸੀ ਸਰਕਾਰ ਨੇ, ਦਿੱਤਾ ਕੁਛ ਵੀ ਨਹੀਂ। ਜਦੋਂ ਅਸੀਂ ਮੀਟਿੰਗ ਦੇ ਵਿੱਚ ਗਏ ਆ ਉਦੋਂ ਜਾ ਕੇ ਅਮਿਤ ਸ਼ਾਹ ਜੀ ਨੇ ਸਾਡੇ ਮਾਨਯੋਗ ਮਤਲਬ ਗ੍ਰਹਿ ਮੰਤਰੀ ਨੇ, ਦੇਸ਼ ਦੇ ਇੱਕ ਤਰ੍ਹਾਂ ਦੇ ਮਤਲਬ ਦੂਸਰੀ ਪਾਵਰ ਨੇ, ਔਰ ਉਹ ਵੀ ਉਸ ਵੇਲੇ ਲੋਕਾਂ ਨੂੰ ਕੁਝ ਦੇਣ ਦੀ ਬਜਾਏ ਇਹ ਕਹਿ ਰਹੇ ਨੇ ਕਿ ਲਓ ਜੀ ਆਪਾਂ ਇਹਦੇ ਤੇ ਵਿਚਾਰ ਕਰੀਏ, ਡਿਸਕਸ ਕਰੀਏ, ਬਹਿਸ ਕਰੀਏ ਕਿ ਇਹ ਕਾਨੂੰਨ ਮਤਲਬ ਇਹਦੇ ਵਿੱਚ ਕੀ ਕਮੀ ਕੀ ਆ, ਖਾਮੀ ਕੀ, ਉਹ ਕਢਾ ਲਓ ਸਭ। ਕਾਨੂੰਨ ਠੀਕ ਨੇ ਤੇ ਗਲਤੀਆਂ ਕਿਹੜੀ ਗਲਤੀਆਂ ਮਤਲਬ ਉਹਦੇ ਵਿੱਚ ਸੋਧਾਂ ਕਿਉਂ ਹੋ ਰਹੀਆਂ ਨੇ, ਤੇ ਜੇ ਸੋਧਾਂ ਹੋ ਰਹੀਆਂ ਤੇ ਫਿਰ ਉਹਨੂੰ ਠੀਕ ਕਿਵੇਂ ਮੰਨ ਰਹੇ ਨੇ ਮਾਨਯੋਗ ਪ੍ਰਧਾਨ ਮੰਤਰੀ ਜੀ। ਇਹ ਮੈਨੂੰ ਸਮਝ ਨਹੀਂ ਲੱਗ ਰਹੀ। ਜਾਂ ਤਾਂ ਇਹਨਾਂ ਦਾ ਸਰਕਾਰ ਦਾ ਆਪਸ ਵਿੱਚ ਤਾਲਮੇਲ ਹੈ ਕਿ ਭਾਵੇਂ ਸਰਕਾਰ ਕੁਛ ਕਰੇ, ਸਰਕਾਰ ਗੋਲੀ ਚਲਾਉਂਦੀ ਹੈ, ਚਲਾਉਣੀ ਚਾਹੁੰਦੀ ਚਲਾ ਲੈ, ਕੀ ਇਹਦੇ 'ਚ ਅਸੀਂ ਖੜਾਂਗੇ ਮੂਹਰੇ, ਅਸੀਂ ਆਪਦੇ ਬੱਚਿਆਂ ਨੂੰ ਮੂਹਰੇ ਨਹੀਂ ਹੋਣ ਦੇਵਾਂਗੇ। ਸਾਡੀ ਮਾਨਸਿਕਤਾ ਇਹ ਹੈ ਕਿ ਸਾਡੇ ਬੱਚੇ ਪਿੱਛੇ ਰਹਿਣ, ਅਸੀਂ ਮੂਹਰੇ ਹੋ ਕੇ ਲੜਾਂਗੇ। और जो सरकार ने करना, साढ़े ते केस पाना केस पा ले, साढ़े ते गोली चलानी गोली चला ले, क्योंकि दिल्ली दे विच लोग बैठे ने, दिल्ली दे विच बैठे लोगों को दुखी करना साडी कोई भावना नहीं है। लेकिन ये तो सरकार आप करवा रही है साथों। जे हुण सरकार साडियां मंगां मन ले, जिहड़े सानूं होर लोग सदने पै रहे ने, तो ना सदने पैण। पिछले दिनों के एक रिट भी पाई गई अदालत के BKU लिखा गया, नाल दस्सिया नहीं गया किहड़ी जथेबंदी है। भारतीय किसान यूनियन ने अदालत का दरवाजा खड़काया। ये जिहड़ी कोशिश हुई है, इस नूं जथेबंदियां किवें देखदे ने, किहड़ी जथेबंदी है, तुहानूं पता लगा हो? ये सरकार का एक षडयंत्र है कि PAL पवा दिओ, ਉਹਦੇ ਨਾਲ ਇਹ ਗੱਲ ਆ ਜੂਗੀ ਕਿ ਲੋ ਜੀ ਹੁਣ ਤੁਹਾਡਾ ਮਤਲਬ PAL ਪੈ ਗਈ ਹੈ, ਸੁਪਰੀਮ ਕੋਰਟ ਦੇ ਵਿੱਚ ਕੇਸ ਚਲਾ ਗਿਆ, ਹੁਣ ਜੋ ਸੁਪਰੀਮ ਕੋਰਟ ਫੈਸਲਾ ਦੇਗੀ ਉਹਦੇ ਤੇ ਅਸੀਂ ਮਤਲਬ ਪਹਿਰਾ ਦੇਵਾਂਗੇ, ਸੁਣਾਂਗੇ ਅਸੀਂ। ਮੁਲਾਕਾਤਾਂ ਦੇ ਜ਼ਰੀਏ ਕਿਤੇ ਨਾ ਕਿਤੇ ਜਥੇਬੰਦੀਆਂ ਦੇ ਵਿੱਚ ਅਸਥਿਰਤਾ ਪੈਦਾ ਕਰਨ ਦੀ ਕੋਸ਼ਿਸ਼ ਹੋਈ, PAL ਪਾਈ ਗਈ ਹੈ। ਉਸ ਤੋਂ ਇਲਾਵਾ ਕਰੋਨਾ ਦਾ ਬਹਾਨਾ ਲਗਾਇਆ ਜਾ ਰਿਹਾ ਹੈ, ਆਤੰਕਵਾਦੀਆਂ ਨਾਲ ਜੋੜਨ ਦੀ ਕੋਸ਼ਿਸ਼ ਹੋ ਰਹੀ ਹੈ। ਤਮਾਮ ਛੋਟੀਆਂ ਛੋਟੀਆਂ ਚੀਜ਼ਾਂ ਲਗਾਤਾਰਤਾ ਦੇ ਵਿੱਚ ਕੀਤੀਆਂ ਜਾ ਰਹੀਆਂ। ਸਮਾਂ ਵਧਾਉਂਦੇ ਹੋਏ ਇਕੱਠੀਆਂ ਬਣਾ ਕੇ ਇਹਨਾਂ ਨੂੰ ਇੱਕ ਵੱਡਾ ਹਥਿਆਰ ਬਣਾ ਕੇ ਵਰਤਿਆ ਜਾ ਸਕਦਾ। ਜਥੇਬੰਦੀਆਂ ਆਪਸ 'ਚ ਬੈਠਕ ਕਰ ਰਹੀਆਂ ਨੇ, ਲਗਾਤਾਰਤਾ ਦੇ ਵਿੱਚ ਸਿਰ ਜੋੜ ਕੇ ਬੈਠ ਰਹੀਆਂ ਨੇ, ਤਾਂ ਉਹਨਾਂ ਬੈਠਕਾਂ ਦੇ ਵਿੱਚ ਇਹ ਜ਼ਿਕਰ ਹੋ ਰਿਹਾ ਕਿ ਇਹਨਾਂ ਚੀਜ਼ਾਂ ਦੇ ਨਾਲ ਨਜਿੱਠਣਾ ਕਿਵੇਂ ਹੈ। ਉਹ ਵਾਹਿਗੁਰੂ ਹੈ ਨਾ, ਉਹ ਸੁਪਰੀਮ ਪਾਵਰ ਹੈ, ਉਹ ਆਪਣੇ ਆਪ ਸਾਰਾ ਕੁਝ ਮਤਲਬ ਰਚਨਾ ਰਚ ਰਿਹਾ, ਆਪਣੇ ਆਪ ਇਹਨਾਂ ਨੂੰ ਐਕਸਪੋਜ਼ ਕਰ ਰਿਹਾ। ਇਹਨਾਂ ਦੀ ਹਰ ਗੱਲ ਨੂੰ ਫੌਰੀ ਤੌਰ ਤੇ ਸਾਡੇ ਤੱਕ ਪਹੁੰਚਾ ਦਿੰਦਾ ਕਿ ਭਾਈ ਹੁਣ ਇਹ ਆਹ ਕਰਨ ਲੱਗੇ ਨੇ, ਇਹ ਆਹ ਕਰਨ ਲੱਗੇ ਨੇ। ਉਹ ਸਾਡੇ ਕੋਲੇ ਆਪਣੇ ਆਪ ਗੱਲਾਂ ਆ ਰਹੀਆਂ ਨੇ ਉਹਨਾਂ ਦੀਆਂ ਜਿਹੜੀਆਂ ਕਰ ਰਹੀ ਸਰਕਾਰ। ਰੋਜ਼ਾਨਾ ਸਪੋਕਸਮੈਨ ਦੇਖ ਰਹੇ ਹੋ ਤੁਸੀਂ, ਤੇ ਅਸੀਂ ਲਗਾਤਾਰ ਤੁਹਾਨੂੰ तमाम ਅਪਡੇਟ ਦੇ ਰਹੇ ਹਾਂ ਕਿ ਇਸ ਤਰੀਕੇ ਦੇ ਨਾਲ ਸੰਘਰਸ਼ ਜਿਹੜਾ ਇਸ ਵੇਲੇ ਕਿਸਾਨਾਂ ਦਾ ਪੂਰੇ ਚਰਮ ਸੀਮਾ ਤੇ ਹੈਗਾ। ਲਗਾਤਾਰਤਾ ਦੇ ਵਿੱਚ ਕੋਸ਼ਿਸ਼ਾਂ ਬਾਦਸਤੂਰ ਹੋ ਰਹੀਆਂ ਨੇ ਕਿ ਕਿਸ ਤਰੀਕੇ ਨਾਲ ਇਸ ਸੰਘਰਸ਼ ਨੂੰ ਤਾਰ-ਪੀੜੋ ਕੀਤਾ ਜਾਵੇ। ਸਾਡੇ ਨਾਲ ਜਗਜੀਤ ਸਿੰਘ ਡੱਲੇਵਾਲ ਨੇ तमाम ਸੰਘਰਸ਼ ਦੇ ਉੱਪਰ ਨਜ਼ਰ ਰੱਖੀ ਹੋਈ ਹੈ ਕਿ ਇਸ ਤਰੀਕੇ ਨਾਲ ਕੋਸ਼ਿਸ਼ਾਂ ਜਿਹੜੀਆਂ ਨੇ ਉਹ ਸਫਲ ਬਣਾਉਣ ਦੀਆਂ ਹੋ ਰਹੀਆਂ, ਪਰ ਨਾਲ ਦੀ ਨਾਲ ਜਿਹੜੀਆਂ ਵਿਰੋਧੀ ਤਾਕਤਾਂ ਨੇ ਕਿਸ ਤਰੀਕੇ ਨਾਲ ਇਸ ਸੰਘਰਸ਼ ਨੂੰ ਤਾਰ-ਪੀੜੋ ਕਰਨ ਦੀਆਂ ਵੀ ਕੋਸ਼ਿਸ਼ਾਂ ਚੱਲ ਰਹੀਆਂ ਨੇ। तमाम ਅੱਜ ਮੁੱਦੇ ਤੇ ਗੱਲਬਾਤ ਕਰ ਰਹੀ ਹੈ ਕਿਉਂਕਿ ਸੰਘਰਸ਼ ਦੀ ਹਰ ਤਸਵੀਰ ਤਾਂ ਤੁਹਾਨੂੰ ਦਿਖਾ ਰਹੇ ਹਾਂ, ਪਰ ਨਾਲ ਦੀ ਨਾਲ ਜਿਹੜੀ ਅਹਿਮ ਚੀਜ਼ ਹੈਗੀ ਆ ਤਕਨੀਕੀ ਤੌਰ ਤੇ ਜਿਹੜੀਆਂ ਚੀਜ਼ਾਂ ਸਮਝਣ ਵਾਲੀਆਂ ਨੇ ਉਹ ਵੀ ਜ਼ਰੂਰ ਸਮਝਾਂਗੇ। ਡੱਲੇਵਾਲ ਸਾਹਿਬ, ਇਸ ਵੇਲੇ ਕਿਤੇ ਨਾ ਕਿਤੇ ਸਰਕਾਰ ਲਗਾਤਾਰ ਕੋਸ਼ਿਸ਼ ਕਰ ਰਹੀ ਹੈ ਸਮਾਂ ਟਪਾਉਣ ਦੀ। ਉਸ ਸਮੇਂ ਟਪਾਉਣ ਦੇ ਵਿੱਚ ਤੁਹਾਨੂੰ ਕੀ ਕੀ ਨਜ਼ਰ ਆ ਰਿਹਾ ਇਸ ਵੇਲੇ? ਕਿਹੜੀਆਂ ਚੀਜ਼ਾਂ ਹੋ ਰਹੀਆਂ ਜਿਹੜੀਆਂ ਸੰਘਰਸ਼ ਨੂੰ ਤਾਰ-ਪੀੜੋ ਕਰਨ ਦੀ ਸਿੱਧੇ ਤੌਰ ਤੇ ਕੋਸ਼ਿਸ਼ ਲੱਗ ਰਹੀਆਂ ਨੇ ਤੁਹਾਨੂੰ? ਦੇਖੋ, ਜਿਹੜੀ ਇਹ ਸਮਾਂ ਟਪਾਉਣ ਵਾਲੀ, ਦੇਰੀ ਕਰਨ ਵਾਲੀ, ਜਾਣਬੁੱਝ ਕੇ ਅੰਦੋਲਨ ਨੂੰ ਲੰਬਾ ਖਿੱਚਣ ਦੀ ਜਿਹੜੀ ਸਰਕਾਰ ਦੀ ਕੋਸ਼ਿਸ਼ ਹੈ, ਇਸ ਗੱਲ ਤੋਂ ਇਸ ਬੜਾ ਕਾਫੀ ਸਾਰੀਆਂ ਗੱਲਾਂ ਨਵੀਆਂ ਮਤਲਬ ਜਿਹੜੀਆਂ ਨਿਕਲ ਕੇ ਆ ਰਹੀਆਂ ਨੇ ਉਹ ਅਜਿਹੀਆਂ ਸਾਹਮਣੇ ਆ ਰਹੀਆਂ ਨੇ ਕਿ ਇੱਕ ਤਾਂ ਆਪਾਂ ਇਸ ਗੱਲ ਤੋਂ ਪੂਰੀ ਤਰ੍ਹਾਂ ਜਾਣੂ ਆ, ਸਾਰੇ ਲੋਕ, ਪੂਰਾ ਦੇਸ਼ ਨਹੀਂ ਪੂਰਾ ਵਰਲਡ ਇਸ ਗੱਲ ਤੋਂ ਵਾਕਿਫ ਹੈ ਕਿ ਇਹ ਸਰਕਾਰ ਜਿਹੜੀ ਅੱਜ ਦੀ ਸਾਡੀ ਸਰਕਾਰ ਹੈ, ਇਹ ਬੜਾ ਛੜਯੰਤਰ ਰਚਨ ਦੇ ਵਿੱਚ ਬਹੁਤ ਮਾਹਰ ਹੈ, ਬਹੁਤ ਕਾਮਯਾਬ ਹੈ। ਤਕਰੀਬਨ ਦੇਖਿਆ ਸੀ ਜਿਹੜਾ ਵੀ ਇਹਨਾਂ ਦਾ ਵਿਰੋਧ ਕਰਦਾ ਹੈ, ਇਹਨਾਂ ਦੇ ਖਿਲਾਫ ਬੋਲਦਾ ਹੈ, ਉਹਨੂੰ ਇਹਨਾਂ ਨੇ ਦੇਸ਼ ਧਰੋਹੀ ਦਾ ਮਤਲਬ ਫਤਵਾ ਦੇ ਦੇਣਾ ਫਟਾਫਟ।
ਇਹ ਪਾਕਿਸਤਾਨੀ ਹੈ, ਇਹ ਚਾਈਨਾ ਦੇ ਲੋਕ ਨੇ, ਇਹੋ ਜਿਹਾ ਕੁਝ ਹੁੰਦਾ ਹੈ। ਹੁਣ ਇੱਥੇ ਜਾ ਕੇ ਜੇਕਰ ਇਹਨੂੰ ਦੇਖਿਆ ਜਾਵੇ ਦੂਸਰਾ ਪੱਖ ਤੋਂ ਹੋਰ ਨਿਗਾਹ ਮਾਰ ਕੇ ਵੇਖੀਏ ਹੋਰ ਗੰਭੀਰਤਾ ਨਾਲ ਇਸੇ ਪੱਖ ਨੂੰ, ਇਹਨਾਂ ਨੇ ਆਪਦਾ ਇੱਕ ਛੜਯੰਤਰ ਰਚਣ ਦਾ ਪਹਿਲੀਆਂ ਸਟਾਰਟਿੰਗ ਦੇ ਵਿੱਚ ਇਹ ਯਤਨ ਕੀਤਾ ਕਿ ਇਹ ਅੰਦੋਲਨ ਕੇਵਲ ਪੰਜਾਬ ਦਾ ਹੈ, ਇਹਦੇ ਵਿੱਚ ਕੋਈ ਹੋਰ ਸਟੇਟ ਨਹੀਂ ਹੈ, ਕੇਵਲ ਪੰਜਾਬ ਆ। ਅੱਜ ਤੱਕ ਵੀ ਸਰਕਾਰ ਇਸ ਗੱਲ ਤੇ ਜ਼ੋਰ ਲਾ ਰਹੀ ਹੈ ਵੀ ਇਹ ਤਾਂ ਕੇਵਲ ਪੰਜਾਬ ਦਾ ਹੈ। ਇਹੀ ਕਾਰਨ ਰਿਹਾ ਕਿ ਪਹਿਲ ਦੇ ਆਧਾਰ ਤੇ ਸਿਰਫ ਪੰਜਾਬ ਦੀਆਂ ਜਥੇਬੰਦੀਆਂ ਨੂੰ ਹੀ ਸੁਨੇਹੇ ਭੇਜੇ ਜਾਂਦੇ ਰਹੇ। ਹਾਂਜੀ ਹਾਂਜੀ, ਨਹੀਂ ਉਹਦੇ 'ਚ ਕੁਝ ਗੱਲਾਂ ਹੋਰ ਵੀ ਸੀ। ਸਰਕਾਰ ਜਾਣਦੀ ਸੀ ਵੀ ਹੁਣ ਅੰਦੋਲਨ ਦੇਸ਼ ਲੈਵਲ ਦਾ ਹੋ ਚੁੱਕਿਆ ਹੈ, ਦੇਸ਼ ਦੀਆਂ ਜਥੇਬੰਦੀਆਂ ਇਹਦੇ ਵਿੱਚ ਐਂਟਰ ਕਰ ਚੁੱਕੀਆਂ ਨੇ, ਸਰਕਾਰ ਜਾਣਦੀ ਸੀ। ਲੇਕਿਨ ਫਰਕ ਕਿੱਥੇ ਖੜਾ ਸੀਗਾ ਵੀ ਸਰਕਾਰ ਚਾਹੁੰਦੀ ਸੀ ਵੀ ਕੱਲੀਆਂ ਪੰਜਾਬ ਦੀਆਂ ਜਥੇਬੰਦੀਆਂ ਨੂੰ ਸੁਨੇਹਾ ਦੇ ਲਓ, ਬਾਕੀ ਦੀਆਂ ਨੂੰ ਨਾ ਸੱਦੋ, ਤਾਂ ਕਿ ਜਿਹੜੇ ਬਾਕੀ ਕੰਟਰੀ ਦੇ ਉੱਤੋਂ ਜਥੇਬੰਦੀਆਂ ਸਹਿਯੋਗ ਕਰਦੀਆਂ ਉਹ ਪਿੱਛੇ ਹਟ ਜਾਣ। ਅੰਦੋਲਨ ਨੂੰ ਪਾੜਨ ਦਾ ਯਤਨ ਰਿਹਾ, ਉਸ ਵੇਲੇ ਤੋਂ ਹੀ ਰਿਹਾ, ਸ਼ੁਰੂ ਤੋਂ ਹੀ ਇਸ ਗੱਲ ਦਾ। ਤਾਂ ਮੇਰਾ ਗੱਲ ਕਰਨ ਦਾ ਮਤਲਬ ਇਹ ਸੀਗਾ ਵੀ ਹੁਣ ਤੱਕ ਤਾਂ ਉਹਨੂੰ ਪੰਜਾਬ ਦਾ ਕੇਵਲ ਪੰਜਾਬ ਦਾ ਅੰਦੋਲਨ ਬਣਾਉਣਾ। ਅੱਛਾ, ਅੱਜ ਇਸ ਵੇਲੇ ਵੱਡੀ ਗਿਣਤੀ ਸਾਡੇ ਵਿੱਚ ਹਰਿਆਣੇ ਵਾਲੇ ਵੀਰ ਬੈਠੇ ਨੇ, ਹਰਿਆਣੇ ਵਾਲੇ ਵੀਰ ਬੈਠੇ ਨੇ। ਇੱਧਰਲੇ ਪਾਸੇ ਤੁਸੀਂ ਦੇਖੋ ਪਲਵਲ ਵਾਲੀ ਸਾਈਡ ਤੇ ਜਾ ਕੇ ਨਿਗਾਹ ਮਾਰ ਕੇ ਵੇਖੋ ਕਿਸੇ ਵੇਲੇ ਉੱਥੇ ਜਿਹੜੀ ਟਰਾਲੀਆਂ ਖੜੀਆਂ ਨੇ ਉਹ ਸਾਡੇ ਮੱਧ ਪ੍ਰਦੇਸ਼ ਦੇ ਕਿਸਾਨ ਨੇ। ਇੱਧਰਲੇ ਪਾਸੇ ਸਾਡੇ ਰਾਜਸਥਾਨ ਤੋਂ ਤੇ ਪਰਲੇ ਇੱਧਰ ਹਰਿਆਣੇ ਦੀ ਇੱਧਰਲੀ ਸਾਈਡ ਤੋਂ ਉਧਰੋਂ ਟਰਾਲੀਆਂ ਆ ਰਹੀਆਂ ਨੇ। ਉਹ ਮੈਨੂੰ ਲੱਗਦਾ ਕੱਲ ਨੂੰ ਉਹਨਾਂ ਨੇ ਰਜੈਪੁਰ ਵਾਲਾ ਰੋਡ ਮਤਲਬ ਬਲੌਕ ਕਰ ਲੈਣਾ ਹੈ। ਤਾਂ ਇਹ ਇਹਨਾਂ ਦਾ ਜਿਹੜਾ ਗਾਜੀਪੁਰ ਅੱਜ ਸਾਡਾ ਮਤਲਬ ਆਪਣਾ ਯੂਪੀ ਵਾਲੇ ਵੀਰਾਂ ਨੇ ਮਤਲਬ ਬਲੌਕ ਕੀਤਾ ਹੋਇਆ। ਤਾਂ ਇਹ ਇੱਥੇ ਹੁਣ ਸਰਕਾਰ ਦੀ ਜਦੋਂ ਇਹ ਚਾਲ ਪਤਾ ਲੱਗਿਆ ਨਾ ਵੀ ਸਾਡੀ ਕਾਮਯਾਬ ਨਹੀਂ ਹੁੰਦੀ, ਹੁਣ ਸਰਕਾਰ ਨੇ ਇੱਕ ਨਵੀਂ ਚਾਲ ਮਤਲਬ ਚੱਲਣੀ ਸ਼ੁਰੂ ਕਰਤੀ। ਕਦੇ ਤਾਂ ਸਾਨੂੰ ਕਹਿੰਦੇ ਨੇ ਇਹ ਖਾਲਿਸਤਾਨੀ ਨੇ, ਕਦੇ ਸਾਡੇ ਜਿਹੜੇ ਦੂਸਰੀਆਂ ਧਿਰਾਂ ਨੇ ਉਹਨਾਂ ਨੂੰ ਕਹਿੰਦੇ ਨੇ ਇਹ ਲੈਫਟਿਸਟ ਨੇ। ਉਹਨਾਂ ਦਾ ਬਹੁਤ ਸਾਰਾ ਮਤਲਬ ਟੀਵੀ ਦੇ ਉੱਤੇ ਮਤਲਬ ਉਹਨਾਂ ਦਾ ਪ੍ਰਚਾਰ ਚਲਾਇਆ ਜਾ ਰਿਹਾ। ਦੇਖੋ, ਮੈਂ ਇਸ ਇਸ਼ੂ ਦੇ ਉੱਤੇ ਇਹ ਗੱਲ ਕਹਿਣੀ ਚਾਹੁੰਦਾ ਹੈ ਕਿ CPI CPM ਇਹਨੂੰ ਸਾਡੀ ਭਾਰਤ ਸਰਕਾਰ ਦੇ ਸੰਵਿਧਾਨ ਨੇ ਚੋਣ ਨਿਸ਼ਾਨ ਆਪਣਾ ਜਾਰੀ ਕੀਤਾ ਹੋਇਆ। ਜੇਕਰ ਸੰਵਿਧਾਨ ਦੇ ਅੰਡਰ ਆ ਕੇ ਉਹਨਾਂ ਨੂੰ ਚੋਣ ਨਿਸ਼ਾਨ ਜਾਰੀ ਹੋ ਗਿਆ ਤਾਂ ਕੀ CPM ਜਾਂ CPI ਫਿਰ ਇਹਨੂੰ ਇਹ ਕਹਾਂਗੇ ਵੀ ਇਹ ਗੈਰ ਕਾਨੂੰਨੀ ਸੰਗਠਨ ਹੈ? ਤੇ ਜਿਹੜਾ ਬੰਦਾ ਉਹਦੇ 'ਚ ਕੰਮ ਕਰਦਾ ਰਿਹਾ ਹੈ ਜਾਂ ਕਰ ਰਿਹਾ ਹੈ ਤੇ ਅੱਜ ਉਹ ਕਿਸਾਨੀ ਦੇ ਵਿੱਚ ਜੇ ਕੰਮ ਵੀ ਨਾਲ ਪੈਰਲਲ ਕਰਕੇ ਆਪਦਾ ਮਤਲਬ ਆਧਾਰ ਬਣਾ ਰਿਹਾ ਜਾਂ ਕੁਝ ਵੀ ਕਰ ਰਿਹਾ ਜਾਂ ਇਸ ਅੰਦੋਲਨ ਨੂੰ ਸਫਲ ਬਣਾਉਣ ਦਾ ਯਤਨ ਕਰਦਾ ਹੈ, ਤਾਂ ਉਹਨੂੰ ਇਹ ਕਿਵੇਂ ਕਿਹਾ ਜਾ ਸਕਦਾ ਵੀ ਇਹ ਤਾਂ ਲੈਫਟਿਸਟ ਨੇ, ਇਹ ਤਾਂ ਉਹ ਨੇ, ਇਹ ਤਾਂ ਇੱਧਰਲੇ ਨੇ, ਇਹ ਤਾਂ ਉੱਧਰਲੇ ਨੇ, ਇਹ ਤਾਂ ਮਾਓਵਾਦੀ ਨੇ? ਇਹ ਕਹਿਣਾ ਮਤਲਬ ਬਿਲਕੁਲ ਸਰਕਾਰ ਨੇ ਇੱਕ ਦੁਸ਼ਪ੍ਰਚਾਰ ਸ਼ੁਰੂ ਕੀਤਾ। ਇਹਦੇ ਨਾਲ ਹੀ ਬਰਾਬਰ ਇੱਕ ਗੱਲ ਹੋਰ ਨੋਟ ਕਰੋ, ਕੱਲ ਦਾ ਪ੍ਰਚਾਰ ਬਹੁਤ ਵੱਡੀ ਪੱਧਰ ਤੇ ਮੈਂ ਦੇਖ ਰਿਹਾ ਸੀਗਾ ਟੀਵੀ ਤੇ ਚੱਲ ਰਿਹਾ ਹੈ ਕਿ ਉਧਰਲੇ ਪਾਸੇ ਟਿਕਰੀ ਬਾਰਡਰ ਤੇ ਕੋਈ ਇਹਨਾਂ ਨੇ ਬੈਨਰ ਫੜਾ ਕੇ ਬੰਦੇ ਮਤਲਬ ਵਿਖਾਇਆ ਗਿਆ ਹੈ। ਹੁਣ ਉੱਥੇ ਤੁਸੀਂ ਮੈਨੂੰ ਐਂ ਦੱਸੋ ਗੱਲ ਵੀ ਜਿੱਥੇ ਲੱਖਾਂ ਦੀ ਗਿਣਤੀ ਦੇ ਵਿੱਚ ਲੋਕ ਬੈਠੇ ਹੋਣ ਉੱਥੇ ਕਿਸੇ ਵੀ ਬੰਦੇ ਨੂੰ ਵਿੱਚ ਵਾੜਿਆ ਜਾ ਸਕਦਾ ਬੈਨਰ ਦੇ ਕੇ? ਔਰ ਉਹ ਬੈਨਰ ਲੈ ਕੇ ਖੜੇ ਹੋ ਗਏ ਤੇ ਫਟਾਫਟ ਇਹਨਾਂ ਦਾ ਆਪਦਾ ਮੀਡੀਆ ਹੈ ਔਰ ਉਸ ਮੀਡੀਆ ਨੇ ਫੌਰੀ ਤੌਰ ਦੇ ਉੱਤੇ ਉਹਨੂੰ ਮਤਲਬ ਕਲਿੱਕ ਕਰ ਲਿਆ, ਕੈਪਚਰ ਕਰ ਲਿਆ ਸਾਰੇ ਸਿਸਟਮ ਨੂੰ। ਔਰ ਉਹ ਸਾਰਾ ਕੁਝ ਕਰਕੇ ਅੱਜ ਉਹਨੂੰ ਪ੍ਰਚਾਰਿਆ ਇਹ ਜਾ ਰਿਹਾ ਹੈ ਵੀ ਇਹ ਤਾਂ ਜੀ ਉਹਨਾਂ ਦੀ ਮੰਗ ਕਰ ਰਹੇ ਨੇ। ਅਸੀਂ ਕਹਿੰਦੇ ਸਾਰੀਆਂ ਜਥੇਬੰਦੀਆਂ ਜਿਹੜੀਆਂ 30 ਜਥੇਬੰਦੀਆਂ ਨੇ, ਅਸੀਂ 500 ਜਥੇਬੰਦੀ, 30 ਨੂੰ ਛੱਡੋ ਤੁਸੀਂ, 500 ਜਥੇਬੰਦੀ ਬਿਲਕੁਲ ਇਸ ਗੱਲ ਨਾਲ ਦਾ ਕੋਈ ਮਤਲਬ ਨਹੀਂ ਸਾਡੀਆਂ ਮੰਗਾਂ ਦੇ ਇਹਨੂੰ ਇਹ ਕਹਿਣਾ ਵੀ ਇਹ ਉਹ ਮੰਗ ਰਹੇ ਨੇ ਫਲਾਨਿਆਂ ਦੀ ਮਤਲਬ ਜਿਹੜੇ ਦੇਸ਼ ਧਰੋਹੀ ਦੇ ਮਾਮਲੇ ਨੇ ਜਿਨ੍ਹਾਂ ਦੇ ਉਹਨਾਂ ਦੀ ਰਿਹਾਈ ਦੀ ਮੰਗ ਕਰ ਰਹੇ ਨੇ, ਇਹ ਕਹਿਣਾ ਮਤਲਬ ਬਿਲਕੁਲ ਗਲਤ ਹੈ। ਇਸ ਵੇਲੇ ਜਿਹੜੀ ਤੁਸੀਂ ਗੱਲ ਕਰ ਰਹੇ ਸੀ ਇਹੀ ਕਾਰਨ ਸੀਗਾ ਕਿ ਪਿਛਲੇ ਦਿਨਾਂ ਦੇ ਵਿੱਚ ਕੁਝ ਅੱਤਵਾਦੀ ਫੜੇ ਗਏ ਦਿੱਲੀ ਦੇ ਵਿੱਚੋਂ, ਵੱਡੇ ਪੱਧਰ ਤੇ ਖਬਰਾਂ ਉਹ ਵੀ ਨਸ਼ਰ ਕੀਤੀਆਂ ਗਈਆਂ ਤੇ ਨਾਲ ਦੀ ਨਾਲ ਇਹ ਵੀ ਕਿਹਾ ਗਿਆ ਕਿ ਇਹਨਾਂ ਦਾ ਸਿੱਧੇ ਤੌਰ ਤੇ ਕਿਸਾਨੀ ਸੰਘਰਸ਼ ਦੇ ਨਾਲ ਤਾਲਮੇਲ ਹੋ ਸਕਦਾ, ਨਾਤਾ ਹੋ ਸਕਦਾ, ਉਹ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਤਰੀਕੇ ਨਾਲ ਖਬਰਾਂ ਨਸ਼ਰ ਕੀਤੀਆਂ ਗਈਆਂ, ਜਿਹੜੀ ਤੁਸੀਂ ਗੱਲ ਕਰ ਰਹੇ ਹੋ ਉਹਦੇ ਨਾਲ ਹੀ ਜੁੜਦੀ ਹੈ। ਹਾਂ, ਦੇਖੋ ਗੱਲ ਕੀ ਹੈ, ਹਰ ਕੋਸ਼ਿਸ਼ ਹੈ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਮਤਲਬ ਨਾਤਾ ਜੋੜਿਆ ਜਾਵੇ, ਵਿੰਗਾ ਟੇਢਾ ਨਾਤਾ ਜੋੜਿਆ। ਅੱਜ ਮੈਂ ਇੱਥੇ ਦੇਖ ਰਿਹਾ ਸੀਗਾ ਟੀਵੀ ਤੇ ਬੈਠੇ ਸੀ, ਬਾਹਰਲੇ ਕੰਟਰੀ ਦੇ ਵਿੱਚ ਕਿਤੇ ਖਾਲਿਸਤਾਨ ਦੇ ਨਾਅਰੇ ਲੱਗੇ ਨੇ, ਉਹਨਾਂ ਨੇ ਕੋਈ ਰੈਲੀ ਕੱਢੀ ਹੋਣੀ ਹੈ ਕਿਤੇ, ਪੁਰਾਣੀ ਰੈਲੀ ਪਤਾ ਨਹੀਂ ਕਦੋਂ ਕੱਢੀ ਹੈ, ਉਹ ਰੈਲੀ ਦਿਖਾ ਰਹੇ ਨੇ। ਤੇ ਨਾਲ ਕੋਈ ਸਾਡੇ ਬਾਹਰਲੇ ਕੰਟਰੀ ਤੋਂ ਕਿਸੇ ਨੇ ਇਸ ਅੰਦੋਲਨ ਦੀ ਹਮਾਇਤ ਦੇ ਵਿੱਚ ਛੋਟਾ ਮੋਟਾ ਪ੍ਰੋਟੈਸਟ ਕੀਤਾ ਹੋਣਾ ਹੈ, ਉਹਨੂੰ ਇਹ ਕਹਿ ਰਹੇ, ਉਹਦੇ ਨਾਲ ਜੋੜ ਕੇ ਇਹ ਕਹਿ ਰਹੇ ਨੇ ਵੀ ਦੇਖੋ ਖਾਲਿਸਤਾਨ ਦੇ ਨਾਅਰੇ ਲੱਗ ਰਹੇ ਨੇ। ਮੈਂ ਕਹਿੰਦਾ ਬਾਹਰ ਜੇ ਕਿਤੇ ਲੱਗ ਰਹੇ ਨੇ ਤਾਂ ਉਹ ਗੱਲ ਅਸੀਂ ਉਹਨੂੰ ਕੀ ਕਹਿ ਸਕਦੇ ਹਾਂ?
ਅਸੀਂ ਲਾ ਰਹੇ ਹੋਈਏ ਜਾਂ ਸਾਡਾ ਜਿਹੜਾ ਇੱਥੇ ਅੰਦੋਲਨ ਲੜਿਆ ਜਾ ਰਿਹਾ ਇਹ ਕੋਈ ਲਾ ਰਿਹਾ ਤਾਂ ਸਾਨੂੰ ਦੱਸੋ। ਸਾਡਾ ਇਸ ਗੱਲ ਦਾ ਕੋਈ ਮਤਲਬ ਨਹੀਂਗਾ। ਦਿਲਬਾਗ ਸਾਹਿਬ, ਇਹਦੇ ਵਿੱਚੋਂ ਇੱਕ ਚੀਜ਼ ਬੜੇ ਵੱਡੇ ਪੱਧਰ ਤੇ ਨਿਕਲ ਕੇ ਸਾਹਮਣੇ ਆ ਰਹੀ ਕਿ ਕਿਤੇ ਨਾ ਕਿਤੇ ਧਾਰਮਿਕ ਰੰਗਤ ਦੇ ਕੇ ਇਸ ਨਿਰੋਲ ਕਿਸਾਨੀ ਸੰਘਰਸ਼ ਨੂੰ ਤਾਰ-ਪਿੜੋ ਕਰਨ ਦੀ ਕੋਸ਼ਿਸ਼ ਹੈ ਤੁਹਾਡੇ ਹਿਸਾਬ ਨਾਲ? ਹਾਂ, ਇਹਨੂੰ ਦੇਖੋ ਸਰਕਾਰ ਦੀ ਮਤਲਬ ਕੱਲ ਇੱਕ ਯਤਨ ਜਿਹੜਾ ਕੀਤਾ ਗਿਆ, ਮੈਂ ਤੁਹਾਨੂੰ ਉਹੀ ਜਿਹੜੀ ਦੱਸਣੀ ਚਾਹੁੰਦਾ ਸੀ ਪਰਸੋਂ ਵਾਲਾ ਉੱਧਰਲਾ, ਤਾਂ ਉਹਦੇ ਵਿੱਚ ਜਿਹੜੀਆਂ ਪਹਿਲੀ ਤਾਂ ਗੱਲ ਹੈ ਵੀ ਇਹ ਹੋ ਸਕਦਾ ਸਾਨੂੰ ਜਿੰਨਾ ਸਾਨੂੰ ਸਮਝ ਜਿੱਡੀ ਕਿ ਸਰਕਾਰ ਛੜਯੰਤਰਕਾਰੀ ਹੈ, ਹੋ ਸਕਦਾ ਸਰਕਾਰ ਦਾ ਹੀ ਇਹ ਛੜਯੰਤਰ ਹੋਵੇ ਜਿਹੜੇ ਉੱਥੇ ਪੋਸਟਰ ਆਏ ਜਿੱਥੇ ਇੰਨਾ ਕੁਝ ਹੋਇਆ। ਪਰ ਇਦੋਂ ਵੀ ਅੱਗੇ ਜਾ ਕੇ ਫਿਰ ਅਸੀਂ ਇਹ ਕਹਾਂਗੇ ਜੇ ਮੰਨ ਲਈਏ ਵੀ ਇਹ ਵੀ ਨਹੀਂ ਤਾਂ ਜਿਹੜੀ ਉਹ ਜਥੇਬੰਦੀ ਨੇ ਕੀਤਾ ਹੈ ਤਾਂ ਉਹ ਜਵਾਬ ਦੇ ਸਕਦੀ ਹੈ ਨਾ। 30 ਜਥੇਬੰਦੀਆਂ ਨੂੰ ਜੋੜ ਲੈਣਾ ਉਹਦੇ ਨਾਲ, ਜਾਂ 500 ਜਥੇਬੰਦੀ ਵੱਲੋਂ ਲੜੇ ਜਾ ਰਹੇ ਅੰਦੋਲਨ ਨੂੰ ਉਹਦੇ ਨਾਲ ਜੋੜਨਾ, ਬਿਲਕੁਲ ਮਤਲਬ ਇਹ ਇਹਨਾਂ ਦੀ ਗਲਤ ਗੱਲ ਹੈ। ਉਸ ਗੱਲ ਨਾਲ ਕੋਈ ਸੰਬੰਧ ਨਹੀਂ ਸਾਡਾ ਤੀਆਂ ਦਾ। ਅਗਲੀ ਗੱਲ ਇਹ 'ਚ ਹੋਰ ਨੋਟ ਕਰਨ ਵਾਲੀ ਹੈ, ਇਹ ਟੀਵੀ ਦੇ ਉੱਤੇ ਚੱਲ ਰਿਹਾ ਹੈ ਵੀ ਕਿਸਾਨਾਂ ਦੀਆਂ ਮੰਗਾਂ ਕੀ ਨੇ। 5 ਮੰਗਾਂ ਇਹ ਇਹਨਾਂ ਦਾ ਹੀ ਟੀਵੀ ਹੈ ਜਿਹੜਾ ਮਤਲਬ ਸ਼ੋਅ ਕਰ ਦੱਸ ਰਿਹਾ ਵੀ ਆਹ ਇਹਨਾਂ ਦੀਆਂ 5 ਮੰਗਾਂ ਨੇ, ਜਿਹਦੇ ਵਿੱਚ ਇੱਥੇ ਤੱਕ ਵੀ ਆਈ ਹੈ ਗੱਲ ਖਬਰਾਂ ਵੀ ਕਿਸਾਨਾਂ ਨੇ ਚੱਲ ਰਹੇ ਅੰਦੋਲਨ ਦੌਰਾਨ ਗ੍ਰਿਫਤਾਰ ਹੋਏ ਜਾਂ ਪਰਚੇ ਦਰਜ ਕੀਤੇ ਗਏ ਜਿਹੜੇ ਕਿਸਾਨਾਂ ਦੇ ਉੱਤੇ, ਉਹਨਾਂ ਕਿਸਾਨਾਂ ਦੇ ਮਤਲਬ ਪਰਚੇ ਰੱਦ ਕਰਨ ਦੀ ਮੰਗ ਕੀਤੀ ਹੈ। ਹੁਣ ਸਾਡੀ ਮੰਗ ਕੀ ਹੈ ਤੁਸੀਂ ਅੰਦਾਜ਼ਾ ਲਾ ਲਓ, ਤੇ ਜੋੜਿਆ ਕਿੱਧਰਲੇ ਪਾਸੇ ਜਾ ਰਿਹਾ ਹੈ, ਸਮਝ ਰਹੇ ਹੋ ਨਾ ਗੱਲ ਨੂੰ। ਦੂਸਰੀ ਗੱਲ, ਅੱਜ ਤੱਕ ਜਿੰਨੀ ਸਾਡੀ ਸਰਕਾਰ ਨਾਲ, ਸਾਡੇ ਐਗਰੀਕਲਚਰ ਮੰਤਰੀ ਜੀ ਨਾਲ, ਸਾਡੇ ਗ੍ਰਹਿ ਮੰਤਰੀ ਜੀ ਨਾਲ ਜਦੋਂ ਵੀ ਸਾਡੀ ਡਿਸਕਸ ਹੋਈ ਆ, ਬਹਿਸ ਹੋਈ ਆ, ਵਿਚਾਰ ਚਰਚਾ ਹੋਈ ਹੈ, ਹਰ ਵਿਚਾਰ ਚਰਚਾ ਦੇ ਵਿੱਚ ਸਾਡਾ ਐਂਗਲ ਹੈ ਜਿਹੜਾ ਸਾਡਾ ਧੁਰਾ ਹੈ ਜਾਂ ਜਿਹੜਾ ਸਾਡਾ ਫੋਕਸ ਹੈ ਉਹ ਆ ਸਾਡੇ 3 ਕਾਨੂੰਨ ਔਰ ਨਾਲ ਸਾਡੀ MSP। ਉਸ ਤੋਂ ਅਗਲੇ ਜਿਹੜੇ ਪੁਆਇੰਟ ਤੇ ਆਉਂਦਾ ਉਹ ਆਉਂਦਾ ਸਾਡਾ ਮਤਲਬ ਬਿਜਲੀ ਐਕਟ, ਤੇ ਉਸ ਦੇ ਨਾਲ ਆਉਂਦਾ ਸਾਡਾ ਪਰਾਲੀ ਵਾਲਾ ਐਕਟ। ਉਸ ਤੋਂ ਅੱਗੇ ਸਾਡੀ ਅੱਜ ਤੱਕ ਗੱਲ ਹੀ ਨਹੀਂ ਕਿਤੇ ਤੁਰੀ, ਤੇ ਨਾ ਅੱਜ ਤੱਕ ਕਿਸੇ ਪ੍ਰੈਸ ਦੇ ਉੱਤੇ, ਨਾ ਕਿਸੇ ਮੀਡੀਆ ਦੇ ਉੱਤੇ ਕਿਸੇ ਸਾਡੇ ਆਗੂ ਨੇ ਤੋਂ ਵੱਲੋਂ ਮੈਂ ਤਾਂ ਆਪਦੇ ਖਾਸ ਕਰਕੇ ਕਹੂੰਗਾ ਮੇਰੇ ਕੰਨੂ ਕਿਤੇ ਨਹੀਂ ਆਈ ਗੱਲ। ਹੁਣ ਇਹ ਜਿਹੜੀ ਛੇੜੀ ਹੈ ਗੱਲ ਮੀਟਿੰਗਾਂ ਦੀ, ਇਹ ਮੀਟਿੰਗਾਂ ਵੀ ਬੜੀਆਂ ਉਲਝਾਉਣ ਵਾਲੀਆਂ ਲੱਗ ਰਹੀਆਂ ਨੇ, ਕਿਉਂਕਿ ਗੱਲ ਕੋਈ ਅੱਗੇ ਤਾਂ ਵੱਧਦੀ ਨਜ਼ਰ ਨਹੀਂ ਆ ਰਹੀ। ਸਿਰਫ ਇਹੀ ਸਮਝਾਉਣ ਦੀ ਕੋਸ਼ਿਸ਼ ਹੋ ਰਹੀ ਹੈ ਕਿ ਕਿਸਾਨਾਂ ਨੂੰ ਸਮਝਾਇਆ ਜਾਵੇ ਕਿ ਕਾਨੂੰਨ ਤੁਹਾਡੇ ਹੱਕ ਦੇ ਵਿੱਚ ਨੇ। ਅੱਜ ਦੀ ਸਟੇਟਮੈਂਟ ਵੀ ਅਸੀਂ ਜੇ ਗੱਲ ਕਰੀਏ ਤਾਂ ਇਹੀ ਹੈ BJP ਦੇ ਆਗੂਆਂ ਦੀ, ਸੀਨੀਅਰ ਲੀਡਰਾਂ ਦੀ, ਕਿ ਕਾਨੂੰਨ ਤਾਂ ਕਿਸਾਨਾਂ ਦੇ ਹੱਕ ਦੇ ਵਿੱਚ ਨੇ। ਜਿਹੜੀਆਂ ਮੁਲਾਕਾਤਾਂ ਦੇ ਜ਼ਰੀਏ ਉਲਝਾਉਣ ਦੀ ਕੋਸ਼ਿਸ਼ ਹੋਈ ਹੈ ਪਿਛਲੇ ਦਿਨਾਂ ਦੇ ਵਿੱਚ, ਅਮਿਤ ਸ਼ਾਹ ਨੇ ਖਾਸ ਕਰਕੇ ਮੁਲਾਕਾਤਾਂ ਕੀਤੀਆਂ, ਇਹ ਵੀ ਸਾਜ਼ਿਸ਼ ਦਾ ਹਿੱਸਾ ਤੁਹਾਡੇ ਹਿਸਾਬ ਨਾਲ? ਦੇਖੋ, ਇਹਨੂੰ ਇਹ ਕਹਾਂਗੇ ਕਿ ਇਹਨੂੰ ਜਾਣ ਬੁੱਝ ਕੇ ਕੁਛ ਇਹਨੂੰ ਨਿਪਟਾਰਾ ਨਾ ਕਰਨ ਦੀ ਇੱਛਾ ਦੇ ਨਾਲ, ਇਹਨੂੰ ਜਾਣ ਬੁੱਝ ਕੇ ਲੰਬਾ ਖਿੱਚ ਕੇ ਸਰਕਾਰ ਦੀ ਇੱਛਾ ਹੈ ਕਿ ਕੋਈ ਨਾ ਕੋਈ ਇਸ ਅੰਦੋਲਨ ਦੇ ਵਿੱਚ ਕੋਈ ਛੜਯੰਤਰ, ਕੋਈ ਨਾ ਕੋਈ ਸ਼ਾਇਦ ਕਾਮਯਾਬ ਹੋ ਜੇ। ਪਰ ਮੈਨੂੰ ਲੱਗਦਾ ਕਿ ਵਾਹਿਗੁਰੂ ਦੀ ਕਿਰਪਾ ਹੈ, ਕਿਸਾਨਾਂ ਦਾ ਭਲਾ ਚਾਹੁੰਦਾ ਉਹ ਮਾਲਕ ਕੁਛ। ਸਰਕਾਰ ਜਿੰਨੇ ਮਰਜ਼ੀ ਛੜਯੰਤਰ ਰਚ ਲੇ, ਸਰਕਾਰਾਂ ਦੇ ਛੜਯੰਤਰ ਉਹ ਕਾਮਯਾਬ ਨਹੀਂ ਹੋਣ ਦੇਊਗਾ। ਕਿਸਾਨ ਬੜੇ ਸਤਰਕ ਹੋ ਕੇ ਚੱਲ ਰਹੇ ਨੇ, ਕੋਈ ਇਹੋ ਜਿਹੀ ਗੱਲ ਨਹੀਂ। ਐਡਾ ਵੱਡਾ ਅੰਦੋਲਨ, ਐਡੀ ਵੱਡੀ ਗੈਦਰਿੰਗ ਹੋ ਜੇ ਤੇ ਕਿਸਾਨ ਸ਼ਾਂਤਮਈ ਬੈਠੇ ਰਹਿਣ। ਔਰ ਅਗਲੀ ਗੱਲ ਹੋਰ ਬਹੁਤ ਵੱਡੀ, ਦੇਖੋ ਸਾਡੇ ਵਿੱਚ ਅੱਜ ਇੱਥੇ 70% ਯੂਥ ਹੈ, ਜਿਹਦਾ ਕਦੇ ਅਸੀਂ ਕਹਿੰਦੇ ਹੁੰਦੇ ਸੀਗੇ ਵੀ ਸਾਰੇ ਬੁੜੇ ਬੈਠੇ ਆ, ਯੂਥ ਸਾਡੇ ਨਾਲ ਆਉਂਦਾ ਨਹੀਂ ਸੀ। ਅੱਜ ਸਾਡੇ ਅੰਦੋਲਨ ਦੇ ਵਿੱਚ 70% ਯੂਥ ਹੈ, ਔਰ ਉਹ ਯੂਥ ਆ ਜਿਹੜਾ ਇਹ ਕਹਿ ਰਿਹਾ, ਜਦੋਂ ਅਸੀਂ ਲੰਘਦੇ ਹਾਂ ਯਕੀਨਨ ਮੈਂ ਤੁਹਾਨੂੰ, ਮੇਰੇ ਨਾਲ ਤੁਸੀਂ ਤੁਰ ਕੇ ਦੇਖ ਲਿਓ, ਸਾਡੇ ਪੈਰੀਂ ਹੱਥ ਲਾਉਣ ਤੱਕ ਜਾਂਦੇ ਆ ਬੱਚੇ, ਜਿਹੜੇ ਜਾਣਦੇ ਤੱਕ ਵੀ ਨਹੀਂ। ਤਾਂ ਇਹਦਾ ਮਤਲਬ ਕੀ ਹੈ ਕਿ ਉਹਨਾਂ ਨੂੰ ਪਤਾ ਹੈ, ਉਹ ਸਮਝ ਰਹੇ ਨੇ ਕਿ ਇਹ ਲੜਾਈ ਸਾਡੀ ਲੜੀ ਜਾ ਰਹੀ ਹੈ। ਮੈਂ ਆਪਣੀਆਂ ਅੱਖਾਂ ਦੇ ਨਾਲ ਦੇਖਿਆ ਜਦੋਂ ਸ਼ੰਭੂ ਮੋਰਚੇ ਤੇ ਐਡਾ ਵੱਡਾ ਪੁਲਿਸ ਦਾ ਤਸ਼ੱਦਦ ਹੋ ਰਿਹਾ ਸੀਗਾ, ਤਾਂ ਕੁਝ ਨੌਜਵਾਨ ਜੇ ਪੱਥਰ ਮਾਰਨ ਦੀ ਕੋਸ਼ਿਸ਼ ਕਰਦੇ ਸੀ ਤੇ ਨਾਲ ਦੇ ਨੌਜਵਾਨ ਸਮਝਾਉਂਦੇ ਸੀ ਨਹੀਂ ਵੀ ਆਪਾਂ ਪੱਥਰ ਨਹੀਂ ਮਾਰਨਾ, ਸਾਡੀ ਜੰਗ ਕੋਈ ਹੋਰ ਹੈ। ਹਾਂਜੀ, ਦੇਖੋ ਸਾਡਾ ਇੱਕ ਨਿਸ਼ਾਨਾ ਲੈ ਕੇ ਤੁਰਿਆ ਸੀ ਕਿ ਬਿਲਕੁਲ ਇਸ ਅੰਦੋਲਨ ਨੂੰ ਪੀਸਫੁਲੀ ਲੜਨਾ ਹੈ। ਅਸੀਂ ਇਸ ਅੰਦੋਲਨ ਨੂੰ, ਸਾਨੂੰ ਪਤਾ ਇਸ ਗੱਲ ਦਾ ਕਿ ਸਰਕਾਰਾਂ ਹਿੰਸਕ ਰੂਪ ਦਵਾ ਕੇ ਕਿਸੇ ਨਾ ਕਿਸੇ ਕਾਰਨ ਅੰਦੋਲਨ ਨੂੰ ਫੇਲ ਕਰਨ ਦੇ ਵਿੱਚ ਕਾਮਯਾਬ ਹੁੰਦੀਆਂ, ਲੇਕਿਨ ਅਸੀਂ ਉਹ ਹਿੰਸਕ ਰੂਪ ਅੰਦੋਲਨ ਨੂੰ ਨਹੀਂ ਹੋਣ ਦੇਣਾ। ਇਹ ਪਿਛਲੇ ਦਿਨਾਂ ਦੇ ਵਿੱਚ ਇੱਕ ਰਿਟ ਵੀ ਪਾਈ ਗਈ ਅਦਾਲਤ ਦੇ ਵਿੱਚ, BKU ਲਿਖਿਆ ਗਿਆ, ਨਾਲ ਦੱਸਿਆ ਨਹੀਂ ਗਿਆ ਕਿਹੜੀ ਜਥੇਬੰਦੀ ਆ। ਭਾਰਤੀ ਕਿਸਾਨ ਯੂਨੀਅਨ ਨੇ ਅਦਾਲਤ ਦਾ ਦਰਵਾਜ਼ਾ ਖੜਕਾਇਆ। ਇਹ ਜਿਹੜੀ ਕੋਸ਼ਿਸ਼ ਹੋਈ ਹੈ, ਇਸ ਨੂੰ ਜਥੇਬੰਦੀਆਂ ਕਿਵੇਂ ਦੇਖਦੇ ਨੇ? ਕਿਹੜੀ ਜਥੇਬੰਦੀ ਹੈ, ਤੁਹਾਨੂੰ ਪਤਾ ਲੱਗਾ ਹੋ? ਦੇਖੋ, ਇਹ ਇਕੱਲੀ ਇਹ ਨਹੀਂ ਹੈ। ਇੱਕ ਥੋੜੇ ਜਿਹੇ ਦਿਨ ਪਹਿਲਾਂ ਕੁਝ ਜਥੇਬੰਦੀਆਂ ਹਰਿਆਣੇ ਦੀਆਂ, ਜਿਹੜੀਆਂ ਇਹਨਾਂ ਦੇ ਫੇਕ ਜਥੇ, ਜੋ ਕਿ ਹਰਿਆਣਾ ਸਾਰਾ ਸਾਡੇ ਨਾਲ ਬੈਠਾ ਹੈ, ਹਰਿਆਣੇ ਦੀਆਂ ਫੇਕ ਜਥੇਬੰਦੀਆਂ ਵਿਖਾ ਕੇ ਇਹਨਾਂ ਨੇ ਵੀ ਆਹ ਜਥੇਬੰਦੀਆਂ ਸ਼ੋਅ ਕਰਤੀਆਂ, ਕਾਗਜ਼ੀ ਵਿੱਚ ਜਥੇਬੰਦੀਆਂ। ਔਰ ਉਹਨਾਂ ਬੰਦਿਆਂ ਦੇ ਰਾਹੀਂ ਸਰਕਾਰ ਨੇ ਇੱਕ ਛੜਯੰਤਰ ਰਚਿਆ। ਜੇਕਰ ਉਹ ਸਾਡੇ ਐਗਰੀਕਲਚਰ ਮਿਨਿਸਟਰ ਨੂੰ ਮਿਲੇ ਨੇ, ਉਹਨਾਂ ਨੇ ਮੰਗ ਪੱਤਰ ਦਿੱਤਾ ਤੇ ਉਹਨਾਂ ਨੇ ਇਹ ਕਿਹਾ ਕਿ ਸਾਨੂੰ ਇਹ ਕਾਨੂੰਨ ਬਹੁਤ ਚੰਗੇ ਨੇ, ਇਹ ਕਿਰਪਾ ਕਰਕੇ ਰੱਦ ਨਾ ਕੀਤੇ ਜਾਣ, ਇਹਨਾਂ ਨੂੰ ਚੇਂਜ ਨਾ ਕੀਤਾ ਜਾਏ। ਹੁਣ ਇੱਕ ਪਾਸੇ ਤਾਂ ਪੂਰੇ ਦੇਸ਼ ਦਾ ਕਿਸਾਨ ਰੌਲਾ ਪਾ ਰਿਹਾ ਹੈ ਤਾਂ ਇਹ ਕਾਨੂੰਨਾਂ ਨੂੰ ਰੱਦ ਕਰੋ, ਤੇ ਉਹ 10 ਕਿਸਾਨ ਆ ਕੇ ਕਹਿ ਰਹੇ ਨੇ ਵੀ ਇਹਨੂੰ ਰੱਦ ਨਾ ਕਰੋ,
ਤੇ ਨਾਲ ਹੀ ਅਗਲੀ ਗੱਲ ਇਹ ਆ ਵੀ ਸਰਕਾਰ ਉਹਨੂੰ ਇੱਕ ਬਰਾਬਰ ਦੇ ਉੱਤੇ ਪੈਰਲਲ ਸਾਡੇ ਇੱਕ ਧਿਰ ਬਣਾ ਕੇ ਖੜਾ ਕਰਨਾ ਚਾਹੁੰਦੀ ਸੀ। ਇੱਕ ਤਾਂ ਇਹ ਸੀ ਗੱਲ ਉੱਥੇ ਦੀ। ਉਹੀ ਗੱਲ ਅੱਜ ਹੋ ਰਹੀ ਹੈ ਕਿ ਅੱਜ ਕਿਸੇ ਦੇ ਕੋਲੋਂ ਇਹਨਾਂ ਨੇ ਮਤਲਬ PIL ਪਵਾਤੀ। ਉਹ PIL ਬਿਲਕੁਲ ਸਾਡਾ ਕੋਈ ਕਿਸਾਨ ਸੰਗਠਨ ਨਹੀਂ। ਉਹ ਅਸੀਂ ਜਿਹੜਾ 500 ਕਿਸਾਨ ਸੰਗਠਨ ਅਸੀਂ ਲੜਾਈ ਲੜ ਰਹੇ ਹਾਂ, ਇਹਨਾਂ ਦੇ ਵਿੱਚੋਂ ਸਾਰੇ ਅਸੀਂ ਆਪਦੀ ਲੜਾਈ ਦੇ ਉੱਤੇ ਕਾਮਯਾਬ ਲੜ ਰਹੇ ਹਾਂ। ਇਹ ਸਰਕਾਰ ਦਾ ਇੱਕ ਛੜਯੰਤਰ ਹੈ ਕਿ PIL ਪਵਾ ਦਿਓ। ਉਹਦੇ ਨਾਲ ਇਹ ਗੱਲ ਆ ਜੂਗੀ ਕਿ ਲੋ ਜੀ ਹੁਣ ਤੁਹਾਡਾ ਮਤਲਬ PIL ਪੈ ਗਈ ਹੈ, ਸੁਪਰੀਮ ਕੋਰਟ ਦੇ ਵਿੱਚ ਕੇਸ ਚਲਾ ਗਿਆ, ਹੁਣ ਜੋ ਸੁਪਰੀਮ ਕੋਰਟ ਫੈਸਲਾ ਦੇਗੀ ਉਹਦੇ ਤੇ ਅਸੀਂ ਮਤਲਬ ਪਹਿਰਾ ਦੇਵਾਂਗੇ, ਸੁਣਾਂਗੇ ਅਸੀਂ ਗੱਲ, ਇਹ ਹਾਈਵੇ ਖਾਲੀ ਕਰੋ। ਯਾਨੀ ਇਹ ਤਰ੍ਹਾਂ ਦੇ ਛੜਯੰਤਰ ਸਰਕਾਰ ਨੇ ਕਿਸੇ ਤੋਂ, ਇਹ ਵੀ ਕਿਸੇ ਇੱਕ ਵਿਦਿਆਰਥੀ ਤੋਂ ਮੈਨੂੰ ਪਤਾ ਲੱਗਿਆ ਇਹ ਵੀ PIL ਪਵਾ ਰੱਖੀ ਹੈ ਇਹਨਾਂ ਨੇ ਕਿ ਸੜਕਾਂ ਖਾਲੀ ਕਰਵਾਓ ਕਰੋਨਾ ਕਰਕੇ। ਮੈਂ ਇਹਨਾਂ ਨੂੰ ਇਹ ਪੁੱਛਣਾ ਚਾਹੁੰਦਾ ਸਰਕਾਰ ਨੂੰ, ਮੈਨੂੰ ਕੱਲ੍ਹ ਦੀ ਰਿਪੋਰਟ ਇਹ ਵੀ ਮਿਲ ਰਹੀ ਹੈ ਕਿ ਬਹੁਤ ਸਾਰੇ ਅਫਸਰਾਂ ਨੂੰ ਕਰੋਨਾ ਹੋ ਗਿਆ। ਮੈਂ ਕਹਿੰਦਾ ਵੀ ਬੜੇ ਦੁੱਖ ਦੀ ਗੱਲ ਹੈ, ਜਿੱਥੇ ਤਾਰ ਲੱਗੀ ਹੈ, ਜਿੱਥੇ ਬੈਰੀਗੇਟਿੰਗ ਹੋਈ ਹੈ, ਬੈਰੀਗੇਟਿੰਗ ਦੇ ਪਰਲੇ ਪਾਸੇ ਅਫਸਰ ਖੜੇ ਨੇ ਤੇ ਅਫਸਰ ਤਾਂ ਮੇਨਟੇਨ ਕਰ ਰਹੇ ਨਾ ਡਿਸਟੈਂਸ ਨੂੰ। ਸਾਡੇ ਵਾਲੇ ਪਾਸੇ ਜਿੱਧਰ ਅਸੀਂ ਖੜੇ ਹਾਂ, ਅਸੀਂ ਕੋਈ ਮਤਲਬ ਇਹ ਸਾਡੇ ਬੰਦੇ ਤਾਂ ਵਿਚਾਰੇ ਅਨਪੜ੍ਹ ਨੇ, ਭੀੜ ਦੀ ਭੀੜ ਲੱਗੀ ਫਿਰਦੀ ਹੈ, ਮੋਢੇ ਨਾਲ ਮੋਢਾ ਵੱਜਦਾ ਫਿਰਦਾ ਹੈ। ਇੱਥੇ ਇੰਨਾ ਰਸ਼ ਹੈ, ਇੱਥੇ ਅੱਜ ਤੱਕ ਇੱਕ ਵੀ ਕਿਸਾਨ ਮਤਲਬ ਕਰੋਨਾ ਦਾ ਦੇ ਨਾਲ ਬਿਮਾਰ ਨਹੀਂ ਹੋਇਆ, ਸਾਰੇ ਤੰਦਰੁਸਤ ਨੇ। ਉਹਨਾਂ ਦੇ ਪ੍ਰਬੰਧ ਬੜੇ ਨੇ, ਸਾਡੇ ਪ੍ਰਬੰਧ ਥੋੜ੍ਹੇ ਨੇ, ਫਿਰ ਵੀ ਅਸੀਂ ਬਿਮਾਰ ਨਹੀਂ ਹੋਏ। ਇਹਦਾ ਮਤਲਬ ਇਹ ਵੀ ਇੱਕ ਇਹਨਾਂ ਦਾ ਮਤਲਬ ਛੜਯੰਤਰ ਸਾਡੇ ਅੰਦੋਲਨ ਨੂੰ ਤਾਰ ਪੀੜੋ ਕਰਨ ਦਾ ਛੜਯੰਤਰ ਰਚਿਆ ਜਾ ਰਿਹਾ। ਇਹ ਜਿਹੜੀਆਂ ਡੱਲੇਵਾਲ ਸਾਹਿਬ ਤੁਸੀਂ ਬਹੁਤ ਸਾਰੀਆਂ ਬਰੀਕ ਗੱਲਾਂ ਦੱਸੀਆਂ, ਲੋਕਾਂ ਨੂੰ ਨਹੀਂ ਸਮਝ ਆਉਂਦੀਆਂ, ਕਈ ਵੇਲੇ ਤਕਨੀਕੀ ਚੀਜ਼ਾਂ ਨੇ, ਸਮਝਣੀਆਂ ਪੈਣਗੀਆਂ। ਜੇ ਇਸ ਤਰੀਕੇ ਦੇ ਨਾਲ ਦੱਸਿਆ ਕਿ ਮੁਲਾਕਾਤਾਂ ਦੇ ਜ਼ਰੀਏ ਕਿਤੇ ਨਾ ਕਿਤੇ ਜਥੇਬੰਦੀਆਂ ਦੇ ਵਿੱਚ ਅਸਥਿਰਤਾ ਪੈਦਾ ਕਰਨ ਦੀ ਕੋਸ਼ਿਸ਼ ਹੋਈ, PIL ਪਾਈ ਗਈ ਹੈ, ਉਸ ਤੋਂ ਇਲਾਵਾ ਕਰੋਨਾ ਦਾ ਬਹਾਨਾ ਲਗਾਇਆ ਜਾ ਰਿਹਾ ਹੈ, ਆਤੰਕਵਾਦੀਆਂ ਨਾਲ ਜੋੜਨ ਦੀ ਕੋਸ਼ਿਸ਼ ਹੋ ਰਹੀ ਹੈ, ਤਮਾਮ ਛੋਟੀਆਂ ਚੀਜ਼ਾਂ ਲਗਾਤਾਰਤਾ ਦੇ ਵਿੱਚ ਕੀਤੀਆਂ ਜਾ ਰਹੀਆਂ। ਸਮਾਂ ਵਧਾਉਂਦੇ ਹੋਏ ਇਕੱਠੀਆਂ ਬਣਾ ਕੇ ਇਹਨਾਂ ਨੂੰ ਇੱਕ ਵੱਡਾ ਹਥਿਆਰ ਬਣਾ ਕੇ ਵਰਤਿਆ ਜਾ ਸਕਦਾ। ਜਥੇਬੰਦੀਆਂ ਆਪਸ 'ਚ ਬੈਠਕ ਕਰ ਰਹੀਆਂ ਨੇ, ਲਗਾਤਾਰਤਾ ਦੇ ਵਿੱਚ ਸਿਰ ਜੋੜ ਕੇ ਬੈਠ ਰਹੀਆਂ ਨੇ, ਤਾਂ ਉਹਨਾਂ ਬੈਠਕਾਂ ਦੇ ਵਿੱਚ ਇਹ ਜ਼ਿਕਰ ਹੋ ਰਿਹਾ ਕਿ ਇਹਨਾਂ ਚੀਜ਼ਾਂ ਦੇ ਨਾਲ ਨਜਿੱਠਣਾ ਕਿਵੇਂ ਅਸੀਂ। ਦੇਖੋ ਇੱਕ ਗੱਲ ਦੇ ਉੱਤੇ ਅਸੀਂ ਪੂਰਾ ਮਤਲਬ ਮੈਂ ਸਭ ਤੋਂ ਪਹਿਲੀ ਗੱਲ ਇਹ ਤੁਹਾਨੂੰ ਕਹੀ ਸੀ ਕਿ ਸਾਨੂੰ ਤਾਂ ਇਹ ਹੈ ਕਿ ਅਸੀਂ ਲੜਾਈ ਲੜ ਰਹੇ ਹਾਂ ਇੱਕ ਦੇਵਤੇ ਦੀ, ਉਹਨਾਂ ਲੋਕਾਂ ਦੀ ਲੜਾਈ ਲੜ ਰਹੇ ਹਾਂ ਜਿਹੜੇ ਭੋਲੇ ਨੇ, ਜਿਹੜੇ ਗਰੀਬ ਨੇ, ਜਿਨ੍ਹਾਂ ਦਾ ਕੋਈ ਸਹਾਰਾ ਨਹੀਂ। ਉਹਨਾਂ ਦੇ ਉੱਤੇ ਸਰਕਾਰ ਵਾਰ ਕਰਨ ਜਾ ਰਹੀ ਹੈ, ਉਹਨਾਂ ਦੀ ਜ਼ਮੀਨ ਖੋਹਣ ਜਾ ਰਹੀ ਹੈ। ਅਸੀਂ ਉਹਨਾਂ ਦੀ ਲੜਾਈ ਲੜ ਰਹੇ ਹਾਂ ਤੇ ਅਸੀਂ ਵੀ ਤਾਂ ਉਹਨਾਂ ਚੋਂ ਹੀ ਹਾਂ। ਅਸੀਂ ਵੀ ਤਾਂ ਐਡੇ ਬਹੁਤ ਜ਼ਿਆਦਾ ਮਤਲਬ ਐਕਸਪਰਟ ਨਹੀਂ ਹੈਗੇ ਵੀ ਅਸੀਂ ਇਹਨਾਂ ਦੀ ਹਰ ਇੱਕ ਗੱਲ ਨੂੰ ਮਤਲਬ ਫੋਲੋ ਕਰ ਜਾਈਏ, ਫੌਰੀ ਤੌਰ ਦੇ ਉੱਤੇ ਮਤਲਬ ਉਹਨੂੰ ਅਸੀਂ ਸਮਝ ਕੇ ਉਹਦਾ ਮੁਕਾਬਲਾ ਕਰ ਜਾਈਏ। ਪਰ ਉਹ ਵਾਹਿਗੁਰੂ ਹੈ ਨਾ, ਉਹ ਸੁਪਰੀਮ ਪਾਵਰ ਹੈ, ਉਹ ਆਪਣੇ ਆਪ ਸਾਰਾ ਕੁਝ ਮਤਲਬ ਰਚਨਾ ਰਚ ਰਿਹਾ, ਆਪਣੇ ਆਪ ਇਹਨਾਂ ਨੂੰ ਐਕਸਪੋਜ਼ ਕਰ ਰਿਹਾ, ਇਹਨਾਂ ਦੀ ਹਰ ਗੱਲ ਨੂੰ ਫੌਰੀ ਤੌਰ ਦੇ ਉੱਤੇ ਸਾਡੇ ਤੱਕ ਪਹੁੰਚਾ ਦਿੰਦਾ ਹੈ ਕਿ ਭਾਈ ਹੁਣ ਇਹ ਆਹ ਕਰਨ ਲੱਗੇ ਨੇ, ਇਹ ਆਹ ਕਰਨ ਲੱਗੇ ਨੇ। ਉਹ ਸਾਡੇ ਕੋਲੇ ਆਪਣੇ ਆਪ ਗੱਲਾਂ ਆ ਰਹੀਆਂ ਨੇ ਉਹਨਾਂ ਦੀਆਂ ਜਿਹੜੀਆਂ ਕਰ ਰਹੀ ਸਰਕਾਰ। ਜਿਵੇਂ ਇੱਕ ਗੱਲ ਤੁਸੀਂ ਨੋਟ ਕਰੋ, ਸਰਕਾਰ ਦਾ ਯਤਨ ਰਿਹਾ ਕਿ ਸਾਨੂੰ ਇਹ ਬਾਰ-ਬਾਰ ਕਿਹਾ ਗਿਆ ਵੀ 5 ਬੰਦੇ ਆ ਜਾਓ ਜੀ, ਪੰਜ ਬੰਦਿਆਂ ਨਾਲ ਮੀਟਿੰਗ ਕਰ ਲਈਏ, ਤੁਸੀਂ ਛੋਟੀ ਕਮੇਟੀ ਬਣਾ ਲਓ ਜੀ, 5 ਬੰਦਿਆਂ ਨਾਲ ਮੀਟਿੰਗ ਕਰ ਲਈਏ। ਹੁਣ ਜਿੱਥੇ 500 ਕਿਸਾਨ ਸੰਗਠਨਾਂ ਦੇ ਨਾਲ ਰਲ ਕੇ ਲੜਾਈ ਲੜ ਰਹੇ ਆ ਤੇ 5 ਬੰਦੇ ਉਹਦਾ ਫੈਸਲਾ ਕਿਵੇਂ ਕਰ ਲੈਣਗੇ। ਪਰ ਇਹ ਵੀ ਬੜਾ ਔਖਾ ਵੀ ਜੇ ਆਪਾਂ ਕਹੀਏ ਵੀ 500 ਸੰਗਠਨ ਉੱਥੇ ਜਾ ਕੇ ਵਿੱਚ ਬੈਠੇ, ਤਾਂ ਅਸੀਂ ਬਹੁਤ ਯਤਨ ਕਰਕੇ ਪਹਿਲਾਂ ਹੀ ਚਾਰਾ ਲਾ ਕੇ 500 ਸੰਗਠਨਾਂ ਚੋਂ ਘਟਾ ਕੇ ਉਹਨੂੰ 40-42 ਸੰਗਠਨਾਂ ਤੇ ਲੈ ਕੇ ਆਏ ਕਿ 40-42 ਬੰਦੇ ਬੈਠਣਗੇ ਮੀਟਿੰਗ ਦੇ ਵਿੱਚ, ਕਮੇਟੀਆਂ ਬੈਠੂਗੀ। ਤਾਂ ਉੱਥੋਂ ਵੀ ਸਰਕਾਰ ਦਾ ਯਤਨ ਇਹ ਕਿ ਇੱਧਰ ਵੀ ਛੋਟੇ ਕਰੋ। ਕੀ ਕੋਸ਼ਿਸ਼ ਸੀ ਸਰਕਾਰ ਨੇ ਸਾਨੂੰ ਕਿਹਾ ਵੀ ਰਾਤੋਂ ਰਾਤ ਆਪਾਂ ਫੈਸਲਾ ਕਰੀਏ, ਰਾਤੋਂ ਰਾਤ ਬੈਠੀਏ ਮੀਟਿੰਗ ਕਰੀਏ, ਹਾਂ ਅਮਿਤ ਸ਼ਾਹ ਜੀ ਨਾਲ। ਤਾਂ ਅਸੀਂ ਸੋਚ ਰਹੇ ਸੀ ਵੀ ਨਹੀਂ, ਮੀਟਿੰਗ ਹੋਣੀ ਬਹੁਤ ਜ਼ਰੂਰੀ ਹੈ, ਅਸੀਂ ਆਪਦੀ ਮੀਟਿੰਗ ਕਰੀਏ, ਆਪਸ ਵਿੱਚ ਵਿਚਾਰ ਚਰਚਾ ਕਰਨੀ ਬਣਦੀ ਹੈ। ਅਸੀਂ ਇਹਨਾਂ ਦੀ ਉਹ ਗੱਲ ਨੂੰ ਨਹੀਂ ਮਤਲਬ ਉਹਦੇ ਦਾ ਹੇਠ ਨਹੀਂ ਆਏ। ਹੁਣ ਸਰਕਾਰ ਇੰਨੀ ਉਤਾਵਲੀ ਹੈ, ਜੇ ਮੈਂ ਕਹਿੰਦਾ ਵੀ ਸਰਕਾਰ ਉਹਦੇ ਇੰਨੀ ਉਤਾਵਲੀ ਸੀ, ਸਾਨੂੰ ਪਤਾ ਨਹੀਂ ਕੀ ਹਾਥੀ ਦੇ ਦੇਣਾ ਸੀ ਸਰਕਾਰ ਨੇ, ਦਿੱਤਾ ਕੁਛ ਵੀ ਨਹੀਂ। ਜਦੋਂ ਅਸੀਂ ਮੀਟਿੰਗ ਦੇ ਵਿੱਚ ਗਏ ਆ, ਉਦੋਂ ਜਾ ਕੇ ਅਮਿਤ ਸ਼ਾਹ ਜੀ ਨੇ, ਸਾਡੇ ਮਾਨਯੋਗ ਮਤਲਬ ਗ੍ਰਹਿ ਮੰਤਰੀ ਨੇ, ਦੇਸ਼ ਦੇ ਇੱਕ ਤਰ੍ਹਾਂ ਦੇ ਮਤਲਬ ਦੂਸਰੀ ਪਾਵਰ ਨੇ, ਔਰ ਉਹ ਵੀ ਉਸ ਵੇਲੇ ਲੋਕਾਂ ਨੂੰ ਕੁਝ ਦੇਣ ਦੀ ਬਜਾਏ ਇਹ ਕਹਿ ਰਹੇ ਨੇ ਕਿ ਲਓ ਜੀ ਆਪਾਂ ਇਹਦੇ ਤੇ ਵਿਚਾਰ ਕਰੀਏ, ਡਿਸਕਸ ਕਰੀਏ, ਬਹਿਸ ਕਰੀਏ ਕਿ ਇਹ ਕਾਨੂੰਨ ਮਤਲਬ ਇਹਦੇ ਵਿੱਚ ਕੀ ਕਮੀ ਕੀ ਆ, ਖਾਮੀ ਕੀ, ਉਹ ਕਢਾ ਲਓ ਸਾਥੋਂ। ਸੋ ਇਹ ਨਹੀਂ ਗੱਲ ਹੈ, ਇਹ ਡਿਸਕਸ਼ਨ ਪਹਿਲਾਂ ਹੋਣੀ ਚਾਹੀਦੀ ਸੀ, ਕਾਨੂੰਨ ਬਣਾਉਣ ਤੋਂ ਪਹਿਲਾਂ ਹੋਣੀ ਚਾਹੀਦੀ ਸੀ। ਦੂਸਰੀ ਗੱਲ ਇੱਕ ਹੋਰ ਹੈ, ਮੈਨੂੰ ਐ ਲੱਗਿਆ ਕਿ ਇਹ ਕਿ ਸਿਰਫ ਉੱਥੋਂ ਸਾਨੂੰ ਲਿਜਾ ਕੇ ਸਰਕਾਰ ਦਾ ਇੱਕ ਯਤਨ ਸੀ ਕਿ ਇਹਨਾਂ ਲੋਕਾਂ ਨੂੰ ਲਿਆਓ ਇੱਥੇ ਜਦੋਂ ਆ ਗਏ ਮਗਰੋਂ ਆਪਣੇ ਆਪ ਹੀ ਪ੍ਰਚਾਰ ਕਰ ਛੜਯੰਤਰ ਰਚਿਆ ਹੈ, ਪ੍ਰਚਾਰ ਕਰ ਦਿਆਂਗੇ ਕਿ ਕੁਝ ਜਥੇਬੰਦੀਆਂ ਦੀ ਜੀ ਸਰਕਾਰ ਨਾਲ ਗੁਪਤ ਮੀਟਿੰਗ ਹੋਈ, ਅਗਲੇ ਦਿਨ ਇਹਨਾਂ ਦਾ ਅੰਦੋਲਨ ਆਪਣੇ ਆਪ ਖੇਰੂ ਹੋ ਜਾਏਗਾ। ਉਹਦੇ 'ਚ ਸਫਲ ਨਹੀਂ ਹੋ ਸਕੇ ਕਿਉਂਕਿ ਅਸੀਂ ਮੀਟਿੰਗ ਕਰਕੇ ਗਏ ਸੀ, ਅਸੀਂ ਆਪਦੀ ਮਤਲਬ ਸੋਚ ਵਿਚਾਰ ਕੇ ਗਏ ਸੀ।
ਉਹਦੇ ਸਫਲਤਾ ਨਹੀਂ ਮਿਲੀ। ਜਦੋਂ ਸਫਲਤਾ ਨਾ ਮਿਲਦੀ ਦੀ ਸੀ ਤਾਂ ਉਹਨਾਂ ਨੇ ਆਪਦਾ ਉਹੀ ਸਟੈਂਡ ਫੇਰ ਕਾਇਮ ਕਰ ਲਿਆ, ਔਰ ਉੱਥੇ ਜਾ ਕੇ ਫਿਰ ਸਾਨੂੰ ਕਹਿਣ ਲੱਗ ਪਏ ਵੀ ਤੁਸੀਂ ਆਪਦੀ ਗੱਲਬਾਤ ਫਿਰ ਸ਼ੁਰੂ ਕਰੀਏ ਆਪਾਂ। ਤਾਂ ਅਸੀਂ ਬਾਰ-ਬਾਰ ਇਹ ਕਹਿ ਰਹੇ ਸੀ ਵੀ ਦੇਖੋ ਗੱਲਬਾਤ ਕਰਨ ਦੀ ਕੀ ਤੁਕ ਰਹਿ ਗਈ ਹੁਣ, ਇਹ 'ਚ ਬਹਿਸ ਹੋ ਚੁੱਕੀ ਹੈ, ਵਿਚਾਰ ਚਰਚਾ ਹੋ ਚੁੱਕੀ ਹੈ। ਜਿਹੜੀ ਸਰਕਾਰ ਹੁਣ ਤੱਕ ਇਹ ਕਹਿੰਦੀ ਆਈ ਹੈ, ਜਿਵੇਂ ਅੱਜ ਵੀ ਪਤਾ ਲੱਗਿਆ ਕਿ ਮਤਲਬ ਪ੍ਰਧਾਨ ਮੰਤਰੀ ਜੀ ਕਹਿੰਦੇ ਨੇ ਕਾਨੂੰਨ ਬਹੁਤ ਚੰਗੇ ਨੇ। ਹੁਣ ਇੱਕ ਪਾਸੇ ਪ੍ਰਧਾਨ ਮੰਤਰੀ ਜੀ ਕਹਿ ਰਹੇ ਨੇ, ਹੁਣ ਮੈਨੂੰ ਐਂ ਲੱਗਦਾ ਪਤਾ ਨਹੀਂਗਾ ਸਾਡੀ ਸਰਕਾਰ ਦਾ ਆਪਸੀ ਤਾਲਮੇਲ ਹੈ ਨਹੀਂ ਜਾਂ ਕਿੱਥੇ ਗੜਬੜ ਖੜੀ ਹੈ, ਇਹਨਾਂ ਦੀ ਗੱਲ ਸਮਝ ਨਹੀਂ ਲੱਗ ਰਹੀ। ਜੇਕਰ ਕਾਨੂੰਨ ਠੀਕ ਨੇ ਤੇ ਗਲਤੀਆਂ ਕਿਹੜੀ ਗਲਤੀਆਂ, ਮਤਲਬ ਉਹਨੂੰ ਉਹਦੇ ਵਿੱਚ ਸੋਧਾਂ ਕਿਉਂ ਹੋ ਰਹੀਆਂ ਨੇ, ਤੇ ਜੇ ਸੋਧਾਂ ਹੋ ਰਹੀਆਂ ਤੇ ਫਿਰ ਉਹਨੂੰ ਠੀਕ ਕਿਵੇਂ ਮੰਨ ਰਹੇ ਨੇ ਮਾਨਯੋਗ ਪ੍ਰਧਾਨ ਮੰਤਰੀ ਜੀ? ਇਹ ਮੈਨੂੰ ਸਮਝ ਨਹੀਂ ਲੱਗ ਰਹੀ। ਜਾਂ ਤਾਂ ਇਹਨਾਂ ਦਾ ਸਰਕਾਰ ਦਾ ਆਪਸ ਵਿੱਚ ਤਾਲਮੇਲ ਹੈ ਨਹੀਂਗਾ, ਉਹ ਆਪਦੇ ਦਫ਼ਤਰ 'ਚੋਂ ਬੈਠੇ ਮਤਲਬ ਕੋਈ ਬਿਆਨ ਦਾਗ ਰਹੇ ਨੇ, ਇਹ ਆਪਦੀ ਮਤਲਬ ਕਿਤੋਂ ਬੈਠੇ ਸਾਡੇ ਨਾਲ ਗੱਲਬਾਤ ਕਰ ਰਹੇ ਨੇ। ਦੋਗਲੀ ਰਾਜਨੀਤੀ ਇਸ ਵੇਲੇ ਸਾਫ਼ ਤੌਰ 'ਤੇ ਨਜ਼ਰ ਆ ਰਹੀ ਹੈ। ਡੱਲੇਵਾਲ ਸਾਹਿਬ, ਇੱਥੇ ਇਹ ਵੀ ਚੀਜ਼ਾਂ ਸਮਝਣੀਆਂ ਪੈਣਗੀਆਂ ਨਾਲ ਦੀ ਨਾਲ ਕਿ ਕੁਝ ਲੋਕ ਇਹ ਵੀ ਕਹਿੰਦੇ ਨੇ ਕਿ ਹੁਣ ਇਹ ਜਿਹੜੀ ਮੂਵਮੈਂਟ ਹੈਗੀ ਹੈ, ਇਹ ਸਿਰਫ ਕਿਸਾਨ ਆਗੂਆਂ ਦੀ ਮੂਵਮੈਂਟ ਨਹੀਂ ਰਹਿ ਗਈ। ਇਸ ਵੇਲੇ ਕਿਤੇ ਨਾ ਕਿਤੇ ਲੋਕ ਲਹਿਰ ਬਣ ਚੁੱਕੀ ਹੈ। ਕਿਸਾਨ ਆਗੂਆਂ ਨੂੰ ਵੀ ਲੋਕਾਂ ਦੇ ਮੁਤਾਬਕ ਹੀ ਫੈਸਲੇ ਕਰਨੇ ਪੈਣਗੇ, ਕਿਉਂਕਿ ਲੋਕਾਂ ਦੀ ਆਵਾਜ਼ ਇਸ ਵੇਲੇ ਇਹੀ ਕਹਿ ਰਹੀ ਹੈ ਕਿ ਯੈਸ ਔਰ ਨੋ। ਉਹ ਬਿਲਕੁਲ 100% ਇਹ 'ਚ ਕੋਈ ਦੋ ਰਾਏ ਨਹੀਂ ਹੈ, ਕਿਉਂਕਿ ਇੱਕ ਫੋਰਸ ਆਉਂਦੀ ਹੁੰਦੀ ਹੈ ਜਿਹੜੀ ਸਾਡੀ ਆਰਗੇਨਾਈਜ਼ਡ ਫੋਰਸ ਹੁੰਦੀ ਹੈ, ਉਹ ਅਸੀਂ ਲੈ ਕੇ ਤੁਰਦੇ ਹਾਂ। ਉਹ ਜਿਹੜੀ ਫੋਰਸ ਹੁੰਦੀ ਹੈ ਉਹ ਬਿਲਕੁਲ ਸਾਡੇ ਮਤਲਬ ਕਹਿਣੇ 'ਚ ਹੁੰਦੀ ਹੈ। ਇੱਕ ਫੋਰਸ ਉਹ ਹੁੰਦੀ ਹੈ ਜਿਹੜੀ ਅਨਆਰਗੇਨਾਈਜ਼ਡ ਫੋਰਸ ਹੁੰਦੀ ਹੈ, ਜਿਹੜੀ ਆਪਣੇ ਆਪ ਆ ਰਹੀ ਹੁੰਦੀ ਹੈ। ਜਿਵੇਂ ਅੱਜ ਇੱਥੇ ਤੁਹਾਡੇ ਆਉਣ ਤੋਂ ਪਹਿਲਾਂ ਮੇਰੇ ਕੋਲੇ ਮਤਲਬ ਸਾਡੇ ਕੁਝ ਅੰਮ੍ਰਿਤਸਰ ਏਰੀਏ ਤੋਂ ਸਾਥੀ ਆਏ ਆ, ਉਹਨਾਂ ਦੀ ਖਾਤਰ ਮੈਨੂੰ ਇੱਥੇ ਬੈਠਣਾ ਪਿਆ, ਚਾਹ ਪਾਣੀ ਪੀਉਣੀ ਸੀ, ਉਹਨਾਂ ਬੰਦੇ ਆਏ ਸਾਡੇ। ਤਾਂ ਦੇਖੋ ਵਿਚਾਰਿਓ ਜੇ ਗੱਲ ਨੂੰ ਕਿ ਵੀ ਉਹ ਜਿਹੜੇ ਬੰਦੇ ਨੇ ਸਾਡੇ, ਉਹ ਬਿਲਕੁਲ ਧਰਨੇ ਮੁਜ਼ਾਹਰਾ ਅੱਜ ਤੱਕ ਨਹੀਂ ਗਏ। ਜਿਹੜੇ ਉਹ ਆਏ ਨੇ ਉਹ ਅੱਜ ਸਿਰਫ ਇਸ ਕਰਕੇ ਆਏ ਨੇ ਵੀ ਕਿਸਾਨਾਂ ਦਾ ਅੰਦੋਲਨ ਚੱਲਦਾ ਚੱਲ ਗਏ ਉੱਥੇ, ਔਰ ਟਰੈਕਟਰ ਟਰਾਲੀ ਤੇ ਆਏ ਨੇ। ਇਹ ਵੀ ਕਿੱਡੀ ਹੈਰਾਨਗੀ ਦੀ ਗੱਲ ਹੈ। ਅਮੀਰ ਆਦਮੀ ਨੇ, 200 ਏਕੜ ਜ਼ਮੀਨ ਦੇ ਮਾਲਕ ਨੇ, ਔਰ 200 ਏਕੜ ਜ਼ਮੀਨ ਦੇ ਮਾਲਕ ਇੱਥੇ ਅੱਜ ਸਾਡੇ ਧਰਨੇ ਦੇ ਵਿੱਚ ਬੈਠੇ ਨੇ ਆ ਕੇ, ਉਹ ਟਰੈਕਟਰ ਟਰਾਲੀ ਤੇ ਆਏ ਨੇ। ਇਹਦਾ ਮਤਲਬ ਕੀ ਹੈ ਕਿ ਉਹ ਸਮਝ ਗਏ ਨੇ ਲੋਕ ਇਹ ਆਮ ਲੋਕਾਂ ਦੀ ਲਹਿਰ ਬਣ ਗਈ ਹੈ, ਲੋਕਾਂ ਦੀ ਲੜਾਈ ਬਣ ਗਈ ਹੈ। ਸਾਨੂੰ ਤੁਸੀਂ ਨੋਟ ਕਰੋ ਕਿ ਸੁਪਰੀਮ ਕੋਰਟ ਦੇ ਵਕੀਲਾਂ ਦੇ ਸਾਨੂੰ ਸਮਰਥਨ ਮਿਲਿਆ, ਦਿੱਲੀ ਦੇ ਡਾਕਟਰਾਂ ਦਾ ਸਾਨੂੰ ਸਮਰਥਨ ਮਿਲਿਆ, ਦਿੱਲੀ ਤੋਂ ਆਮ ਦੁਕਾਨਦਾਰਾਂ ਨੇ ਸਾਨੂੰ ਸਮਰਥਨ ਦਿੱਤਾ, ਆਮ ਜਨਤਾ ਨੇ ਸਾਨੂੰ ਸਮਰਥਨ ਦਿੱਤਾ, ਔਰ ਸਾਰੇ ਹੀ ਜਿਵੇਂ ਚੰਡੀਗੜ੍ਹ ਤੋਂ ਜਿੰਨਾ ਪੱਤਰਕਾਰ ਸੀਗੇ ਉਹਨਾਂ ਨੇ ਸਾਡੇ ਹੱਕ ਦੇ ਵਿੱਚ ਮੁਜ਼ਾਹਰਾ ਕੀਤਾ, ਰੈਲੀ ਕੀਤੀ, ਤੇ ਫਿਰ ਸਾਨੂੰ ਉਹਨਾਂ ਨੇ ਸਮਰਥਨ ਦਿੱਤਾ ਉਹਦਾ ਪ੍ਰੋਗਰਾਮ ਕਰਕੇ। ਯਾਨੀ ਦੇਸ਼ ਇਦੋਂ ਵੀ ਗਾਂਹ ਟੱਪ ਗਏ ਤਾਂ ਮੈਂ ਕਹੂੰਗਾ ਭਾਰਤ 'ਚ ਉਹਦਾ ਮਿਲ ਹੀ ਰਿਹਾ ਨਾ ਸਾਨੂੰ, ਮਤਲਬ 7 ਸਮੁੰਦਰਾਂ ਤੋਂ ਪਾਰ ਤੋਂ ਵੀ ਸੁਨੇਹਾ ਮਿਲ ਰਿਹਾ ਨੇ। ਸਾਹਿਬ ਇਹਦੇ ਵਿੱਚ ਹੋਰ ਇਜ਼ਾਫਾ ਕਰਦਾ ਜਾਵਾਂ, ਜਿਨ੍ਹਾਂ ਲੋਕਾਂ ਦੇ ਸਰੀਰਕ ਅੰਗ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਹਾਦਸੇ ਕਾਰਨ ਵੱਢੇ ਗਏ, ਕੱਟੇ ਗਏ, ਉਹ ਸਮਰਥਨ ਕਰ ਰਹੇ ਨੇ। ਅੱਜ ਮੈਂ ਇੱਕ ਇੰਟਰਵਿਊ ਕਰਕੇ ਆਇਆ, ਇੱਕ 9 ਮਹੀਨਿਆਂ ਦੀ ਪ੍ਰੈਗਨੈਂਟ ਲੇਡੀ ਆ, ਉਹ ਇਸ ਸੰਘਰਸ਼ ਦਾ ਹਿੱਸਾ ਬਣੀ ਹੈ। ਉਹਨਾਂ ਲੋਕਾਂ ਨੂੰ ਜਵਾਬ ਦੇਣ ਲਈ ਕਿ ਜਿਹੜੀਆਂ ਟਿੱਪਣੀਆਂ ਕਰ ਰਹੇ ਨੇ ਕਿ 100 ਰੁਪਏ 'ਤੇ ਔਰਤਾਂ ਆਈਆਂ ਨੇ, ਉਹ ਲੋਕ ਆਪਣਾ ਸਮਰਥਨ ਦੇ ਰਹੇ ਨੇ। ਜਿਹੜੇ ਬਿਹਾਰ ਦੇ ਵਿੱਚ ਜਿਹੜੀਆਂ ਆਪਣੇ ਜ਼ਮੀਨਾਂ ਖੋ ਚੁੱਕੇ ਨੇ, ਜਿਨ੍ਹਾਂ ਦੀ ਖੁੱਸ ਗਈਆਂ ਨੇ ਜ਼ਮੀਨਾਂ, ਝਾਰਖੰਡ ਤੋਂ ਲੋਕੀ ਆਏ ਨੇ ਜਿਹੜੇ ਕਹਿੰਦੇ ਨੇ ਕਿ ਸਾਨੂੰ ਮਜ਼ਦੂਰੀ ਕਰਨ ਦੇ ਲਈ ਮਜਬੂਰ ਕਰ ਦਿੱਤਾ, ਅਸੀਂ ਤਾਂ ਖੇਤਾਂ ਦੇ ਮਾਲਕ ਸੀਗੇ। ਤਾਂ ਸੰਘਰਸ਼ ਤਾਂ ਇਸ ਮੈਨੂੰ ਲੱਗਦਾ ਕਿ ਹਰੇਕ ਬੰਦਾ ਸਮਰਥਨ ਕਰ ਰਿਹਾ, ਹਰ ਬੰਦਾ। ਇਹ ਤਾਂ ਆਪਾਂ ਗੱਲ ਕਰ ਰਹੇ ਹਾਂ ਉਹਨਾਂ ਬੰਦਿਆਂ ਦੀ ਜਿਨ੍ਹਾਂ ਦੀ ਐਗਰੀਕਲਚਰ ਨਾਲ ਜੁੜੇ ਹੋਏ ਨੇ। ਮੈਂ ਕਹਿੰਦਾ ਇਸ ਤੋਂ ਇਲਾਵਾ ਜਿਹੜੀ ਐਗਰੀਕਲਚਰ ਨਾਲ ਜਿਨ੍ਹਾਂ ਦਾ ਦੂਰ ਦਾ ਵੀ ਕੋਈ ਵਾਸਤਾ ਨਹੀਂਗਾ, ਅੱਜ ਸਾਡੇ ਅੰਦੋਲਨ ਨੂੰ ਉਹਨਾਂ ਨੇ ਵੀ ਸਮਰਥਨ ਦਿੱਤਾ ਹੈ, ਕਿਉਂਕਿ ਉਹਨਾਂ ਨੂੰ ਸਮਝ ਆ ਗਈ। ਇਹਦੇ ਵਿੱਚ ਦੇਖੋ ਕੱਲਾ ਇਹ ਜਿਹੜਾ ਕਾਨੂੰਨ ਹੈ ਨਾ ਜੀ, ਇਹ ਕਾਨੂੰਨ ਕੇਵਲ ਕਿਸਾਨੀ ਨੂੰ ਹਿੱਟ ਨਹੀਂ ਕਰਦੇ ਗਏ। ਇਹਦਾ ਜਿਹੜਾ ਐਸੈਂਸ਼ੀਅਲ ਕਮੋਡਿਟੀ ਐਕਟ ਦੇ ਵਿੱਚ ਇਹਨਾਂ ਨੇ ਜਿਹੜੀ ਅਮੈਂਡਮੈਂਟਸ ਕੀਤੀਆਂ ਨੇ, ਉਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਸੱਟ ਹੈ ਸਾਡੇ ਆਮ ਖਪਤਕਾਰਾਂ ਤੇ। ਉਹ ਸਿੱਧਾ ਇੱਕ ਮਤਲਬ ਫਤਵਾ ਹੈ ਅਮੀਰ ਲੋਕਾਂ ਦੇ ਹੱਕ 'ਚ ਕਿ ਤੁਸੀਂ ਇੱਧਰੋਂ ਕਿਸਾਨਾਂ ਨੂੰ ਲੁੱਟ ਲਓ, ਇਹਨਾਂ ਦੀ ਕੌਡੀਆਂ ਦੇ ਭਾਅ ਫਸਲ ਇਕੱਠੀ ਕਰ ਲਓ, ਪੈਸਾ ਇਕੱਠਾ ਕਰ ਲਓ, ਔਰ ਉਸ ਨੂੰ ਤੁਸੀਂ ਆਪਦੇ ਸੈਲੋਜ ਦੇ ਵਿੱਚ ਮਤਲਬ ਜਮ੍ਹਾਂ ਕਰਕੇ ਜ਼ਖੀਰੇਬਾਜ਼ੀ ਕਰ ਲਓ, ਔਰ ਉਹਦੇ ਤੁਸੀਂ ਜਿੰਨਾ ਮਰਜ਼ੀ ਕਰ ਸਕਦੇ ਹੋ, ਕੋਈ ਤੁਹਾਡੇ ਤੇ ਬੈਨ ਨਹੀਂ, ਕੋਈ ਚੈੱਕ। ਤੌਰ ਤੇ ਜਦੋਂ ਪਿਆਜ਼ ਦੀ ਅਸੀਂ ਗੱਲ ਕਰਦੇ ਹਾਂ, ਹਮੇਸ਼ਾ ਹੁੰਦਾ ਹੀ ਹੈ ਕਿ ਪਿਆਜ਼ ਇਕੱਠਾ ਕਰ ਲਿਆ ਜਾਂਦਾ, ਫਿਰ ਜਦੋਂ ਘਾਟ ਆਉਂਦੀ ਹੈ ਉਦੋਂ ਫਿਰ ਜ਼ਖੀਰੇਬਾਜ਼ੀ ਜਿਨ੍ਹਾਂ ਨੇ ਕੀਤੀ ਹੁੰਦੀ ਹੈ ਆਪਣੇ ਮੁੱਲ ਤੈਅ ਕਰਕੇ ਆਪਣੇ ਹਿਸਾਬ ਦੇ ਨਾਲ ਉਹ ਵੇਚਦੇ ਨੇ। ਇਸ ਵੇਲੇ ਡੱਲੇਵਾਲ ਸਾਹਿਬ ਗੱਲਾਂ ਤਾਂ ਚਲੋ ਇਸ ਵੇਲੇ ਮੂਵਮੈਂਟ ਕਿਉਂਕਿ ਲੋਕ ਲਹਿਰ ਬਣ ਚੁੱਕੀ ਹੈ ਤੇ ਕਿਸੇ ਵਿਅਕਤੀਗਤ ਮੁੱਦਾ ਨਹੀਂ ਰਹਿ ਗਿਆ, ਪਰ ਫਿਰ ਵੀ ਦੀਪ ਸਿੱਧੂ ਨਾਲ ਲਗਾਤਾਰ ਖਟਾਸ ਚੱਲ ਰਹੀ ਹੈ, ਸਟੇਜ ਤੋਂ ਹੱਲੇ ਵੀ ਬੋਲਣ ਨਹੀਂ ਦਿੱਤਾ ਜਾ ਰਿਹਾ। ਅਖੀਰ ਤੇ ਸਵਾਲ ਇਹ ਤਾਂ ਲੈਣਾ ਬਣਦਾ ਕਿਉਂਕਿ ਉਹਨਾਂ ਨੇ ਇੱਕ ਬੜੀ ਅਹਿਮ ਗੱਲ, ਮੇਰੀ ਕੱਲ ਬੈਠਕ ਹੋਈ ਸੀ, ਉਹਨਾਂ ਦੀ ਮੁਲਾਕਾਤ ਹੋਈ ਸੀ ਉਹਨਾਂ ਦੇ ਨਾਲ, ਅਸੀਂ ਇੰਟਰਵਿਊ ਕੀਤੀ ਤੇ ਉਹਨਾਂ ਦੇ ਵਿੱਚ ਇੱਕ ਬੜੀ ਚਿੰਤਾਜਨਕ ਗੱਲ ਕਹੀ ਕਿ ਕੁਝ ਲੋਕ ਚਾਹੁੰਦੇ ਨੇ ਕਿ ਸਮੂਹਿਕ ਕਤਲੇਆਮ ਹੋਵੇ ਤਾਂ ਸ਼ਾਇਦ ਹੱਲ ਹੋਵੇ। ਬੜੀ ਗੰਭੀਰ ਗੱਲ ਹੈ ਇਹ, ਤਾਂ ਇਹਦੇ ਕਿਉਂਕਿ ਇਹ ਸ਼ਬਦ ਵਰਤਣਾ ਵੀ ਇਸ ਵੇਲੇ ਗੰਭੀਰ ਹੈਗਾ, ਇਸ ਚੀਜ਼ ਨੂੰ ਕਿਵੇਂ ਦੇਖਦੇ ਹੋ, ਇਸ ਦੀ ਗੰਭੀਰਤਾ ਨੂੰ ਕਿਵੇਂ ਦੇਖਦੇ ਹੋ? ਦੇਖੋ ਦੀਪ ਸਿੱਧੂ ਵੀ ਮਤਲਬ ਮੈਂ ਤਾਂ ਇਹ ਕਹੂੰਗਾ ਸਾਡਾ ਹੀ ਮੁੰਡਾ ਹੈ
ਪਤਾ ਨਹੀਂ ਕਿਉਂ ਇਹ ਜਿਹੀਆਂ ਮਤਲਬ ਕਹਿ ਰਹੇ ਨੇ ਗੱਲਾਂ। ਉਹ ਮੈਂ ਇੱਕ ਵੀਡੀਓ ਦੀ ਮੇਰੀ ਕਿਸੇ ਪੱਤਰਕਾਰ ਦੇ ਨਾਲ ਉਹਦੀ ਗੱਲਬਾਤ ਹੋ ਰਹੀ ਹੈ, ਸ਼ਾਇਦ ਕੀ ਆ ਮੁੰਡੇ ਦਾ ਨਾਂ, ਪੱਤਰਕਾਰ ਨਾ ਨਾਲ ਉਹਦੀ ਜਿਹੜੀ ਗੱਲਬਾਤ ਹੋਈ ਆ, ਉਸ ਗੱਲਬਾਤ ਦੇ ਵਿੱਚ ਪਤਾ ਨਹੀਂ ਉਹਨਾਂ ਨੇ ਇੱਕਦਮ ਕਿਉਂ ਟਰਨ ਲਿਆ, ਯੂ ਟਰਨ ਲੈ ਗਏ। ਹੁਣ ਤੱਕ ਪਹਿਲਾਂ ਤਾਂ ਸਾਨੂੰ ਇਹ ਕਹਿੰਦੇ ਰਹੇ ਨੇ ਵੀ ਕਿਸਾਨ ਜਥੇਬੰਦੀਆਂ ਵਿਕ ਜਾਂਦੀਆਂ ਹੁੰਦੀਆਂ, ਇਹ ਬੰਦ ਕਮਰਾ ਮੀਟਿੰਗਾਂ ਕਰਦੀਆਂ, ਇਹ ਕਰਦੀਆਂ, ਉਹ ਕਰ ਸਾਡੇ 'ਤੇ ਦੋਸ਼ ਲਾਉਂਦੇ ਰਹੇ ਨੇ। ਲੇਕਿਨ ਅੱਜ ਉਹ ਕੀ ਕਰ ਰਹੇ ਨੇ, ਉਹਨਾਂ ਨੇ ਇੱਕਦਮ ਪਤਾ ਨਹੀਂ ਕਿਵੇਂ ਹੋਇਆ, ਮੈਨੂੰ ਸਮਝ ਲੱਗੀ ਉਹ ਸਰਕਾਰ, ਜਿਹੜੀ ਗੱਲ ਸਰਕਾਰ ਸਾਨੂੰ ਕਹਿ ਰਹੀ ਹੈ ਵੀ ਤੁਸੀਂ ਬਿੱਲਾਂ ਨੂੰ ਸੋਧ ਕਰ ਦਿੰਦੇ ਆ, ਤੁਸੀਂ ਸੋਧ ਕਰਵਾ ਲਓ, ਉਹ ਇਹਨੇ ਵੀ ਕਿਹਾ, ਮਤਲਬ ਦੀਪ ਨੇ ਵੀ ਇਹ ਗੱਲ ਕਹਿਤੀ ਵੀ ਸੋਧ ਕਰਵਾ ਲੈਣੀ ਚਾਹੀਦੀ ਹੈ ਕਿਸਾਨਾਂ ਨੂੰ। ਖੈਰ ਇੱਕ ਗੱਲ ਇੱਕ ਦੇ ਵਿੱਚ ਪੱਖ ਇਹ ਵੀ ਹੈ ਕਿ ਉਹ ਚੰਗਾ ਐਜੂਕੇਟ ਮੁੰਡਾ ਹੈ, ਉਹ ਕਈਆਂ ਪੱਖਾਂ ਤੋਂ ਸੋਚਦਾ ਹੋਊਗਾ, ਜਿਹੜੀ ਉਹਨੇ ਇਹ ਗੱਲ ਲਈ ਹੈ ਵੀ ਇਹ ਕਹੀ ਹੈ ਗੱਲ। ਪਰ ਮੈਨੂੰ ਲੱਗਦਾ ਵੀ ਲੋਕਾਂ ਨੇ, ਉਹਨਾਂ ਨੇ ਕਿਹਾ ਵੀ ਕੁਝ ਲੋਕਾਂ ਨੇ ਇਹ ਗੱਲ ਕਹੀ ਹੈ, ਪਰ ਅਸੀਂ ਇਦਾਂ ਹੋਣ ਨਹੀਂ ਦੇਣਾ, ਅਸੀਂ ਨਹੀਂ ਚਾਹੁੰਦੇ ਕਿ ਲੋਕਾਂ ਦੀਆਂ ਜ਼ਿੰਦਗੀਆਂ ਦੇ ਉੱਪਰ ਰਾਜਨੀਤੀ ਖੇਡੀ ਜਾਵੇ, ਕਿਉਂਕਿ ਹਰੇਕ ਬੰਦਾ ਜਿਹੜਾ ਇਸ ਵੇਲੇ ਸਾਡੀ ਧਰੋਹਰ ਹੈਗਾ, ਅਸੀਂ ਉਹਨੂੰ ਨਾਲ ਲੈ ਕੇ ਚੱਲਾਂਗੇ, ਅਸੀਂ ਉਹਨੂੰ ਇਹ ਬਿਨਾਂ ਗੱਲੋਂ ਸ਼ਹੀਦ ਨਹੀਂ ਹੋਣ ਦੇਣਾ। ਇਸ ਵੇਲੇ ਬੜੀ ਅਹਿਮ ਚੀਜ਼ ਹੈ। ਨਹੀਂ ਇਹ ਦੇਖੋ, ਇਹ ਅਸੀਂ ਖੁਦ ਮੰਨਦੇ ਹਾਂ, ਕਿ ਅਸੀਂ ਇਹ ਜਿਹੜੀ ਲੜਾਈ ਲੜ ਰਹੇ ਹਾਂ ਨਾ, ਤੁਸੀਂ, ਮੇਰਾ ਖਿਆਲ ਹੈ, ਮੇਰਾ ਜਿੰਨਾ ਕੁ ਮੈਨੂੰ ਸਮਾਂ ਮਿਲਦਾ ਸਟੇਜ ਤੋਂ ਜਾਣ ਦਾ, ਤੇ ਮੈਂ ਹੋਰ ਕਾਨੂੰਨਾਂ ਬਾਰੇ ਮੈਂ ਇੱਕ ਕਾਨੂੰਨ ਦੇ ਉੱਤੇ ਬਹਿਸ ਕਰਕੇ ਇੱਕ ਕਾਨੂੰਨ ਦੇ ਉੱਤੇ ਤਸੱਲੀ ਨਾਲ ਇਹ ਦੱਸ ਸਕਦਾ ਹੈ ਵੀ ਇਹ ਕਾਨੂੰਨ ਕਿਵੇਂ ਜਾ ਕੇ ਸਾਡੀ ਜ਼ਮੀਨ ਲੈਣਗੇ। ਔਰ ਇਹ ਇੱਕ ਦਿਨ ਇੱਥੇ ਇੱਕ ਡਾਕਟਰ ਆਇਆ, ਡਾਕਟਰ ਨੇ ਮੇਰੇ ਨਾਲ ਇਸ ਵਿਸ਼ੇ 'ਤੇ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ, ਤਾਂ ਅਖੀਰ ਜਦੋਂ ਸਾਡੀ ਗੱਲਬਾਤ ਮੈਂ ਉਹਨੂੰ ਪੱਖ ਦੱਸਿਆ ਹੈ ਤਾਂ ਬਿਲਕੁਲ 100% ਮੇਰੇ ਨਾਲ ਐਗਰੀ ਹੋ ਗਿਆ, ਕਹਿੰਦਾ ਅੰਕਲ ਜੀ ਇਹ ਬੜੀ ਠੀਕ ਹੈ ਤੁਹਾਡੀ ਗੱਲ, ਹੁਣ ਮੇਰੇ ਸਮਝ 'ਚ ਆਈ ਵੀ ਕਾਨੂੰਨ 'ਚ ਤਾਂ ਕੁਝ ਹੈ। ਸੋ ਮੇਰਾ ਕਹਿਣ ਦਾ ਮਤਲਬ, ਅਸੀਂ ਉਸ ਪੱਖ ਨੂੰ ਛੋੜਨ ਦੀ ਬਜਾਏ ਅਸੀਂ ਇਹ ਪੱਖ ਲੈ ਕੇ ਚੱਲਦੇ। ਜਦੋਂ ਮੈਂ 2 ਮਿੰਟ ਬੋਲਦਾ, 4 ਮਿੰਟ ਬੋਲਦਾ, ਮੇਰੀ ਕੋਈ ਇੱਛਾ ਇਹ ਹੁੰਦੀ ਹੈ ਕਿ ਇਹ ਅੰਦੋਲਨ ਸ਼ਾਂਤਮਈ ਲੜਿਆ ਜਾਵੇ। ਦੇਖੋ ਸਾਡੇ ਨਾਲ ਯੂਥ ਹੈ, ਨੌਜਵਾਨ ਨੇ, ਅਗਰ ਅਸੀਂ ਇੱਥੇ ਕੋਈ ਮਾੜੀ ਜਿਹੀ ਵੀ ਰਤੀ ਭਰ ਵੀ ਗਲਤੀ ਹੋ ਗਈ ਨਾ, ਕੋਈ ਇੱਕ ਵੀ ਬੱਚੇ ਦਾ ਨੁਕਸਾਨ ਹੋ ਗਿਆ, ਇੱਕ ਵੀ ਬਜ਼ੁਰਗ ਦਾ ਨੁਕਸਾਨ ਹੋ ਗਿਆ, ਇੱਕ ਬੀਬੀ ਦਾ ਨੁਕਸਾਨ ਹੋ ਗਿਆ, ਤੇ ਮੈਂ ਕਹਿੰਦਾ ਵੀ ਅਸੀਂ ਐਡਾ ਵੱਡਾ ਕਰਜ਼ ਸਾਡੇ ਸਿਰ ਤੇ ਚੜ ਜਾਏਗਾ ਕਿ ਅਸੀਂ ਕੌਮ ਦਾ ਉਹ ਕਰਜ਼ ਮੋੜ ਨਹੀਂ ਸਕਾਂਗੇ। ਜਿਹੜੀ ਇੱਕ ਵਿਅਕਤੀ ਦੀ ਜਾਨ ਸਾਡੇ ਕਰਕੇ, ਮਤਲਬ ਸਾਨੂੰ ਤਾਂ ਉਹੀ ਬੜਾ ਔਖਾ ਲੱਗਦਾ ਜਿਨ੍ਹਾਂ ਦੇ ਇੱਥੇ ਆ ਕੇ ਹਾਰਟ ਅਟੈਕ ਹੋ ਕੇ, ਐਕਸੀਡੈਂਟ ਹੋ ਕੇ ਜਿਹੜੇ ਸਾਡੇ ਬੰਦੇ ਮਰ ਰਹੇ ਨੇ, ਸਾਡੇ ਵਾਸਤੇ ਉਹੀ ਬੜਾ ਭਾਰਾ ਪੈ ਰਿਹਾ ਕੰਮ। ਤੇ ਜੇ ਕਿਤੇ ਸਾਡੀ ਕਿਸੇ ਗਲਤੀ ਕਰਕੇ ਜਾਂ ਸਾਡੀ ਕਿਸੇ ਉਹੋ ਜਿਹੇ ਐਕਸ਼ਨ ਕਰਕੇ ਸਾਡੇ ਕਿਸੇ ਨੌਜਵਾਨ ਦੀ ਡੈਥ ਹੋ ਜਾਂਦੀ ਹੈ, ਕੋਈ ਘਟਨਾ ਵਾਪਰ ਜਾਂਦੀ ਹੈ, ਕਿਸੇ ਦੇ ਗੋਲੀ ਲੱਗ ਜਾਂਦੀ ਹੈ, ਕੋਈ ਗੱਲ ਬਣ ਜਾਂਦੀ ਹੈ, ਤਾਂ ਉਹ ਤਾਂ ਸਾਡੇ ਵਾਸਤੇ ਬਹੁਤ ਵੱਡੀ ਗੱਲ ਹੈ, ਬਹੁਤ ਔਖਾ ਹੈ। ਲੇਕਿਨ ਸਾਡਾ ਫਿਰ ਵੀ ਕੋਸ਼ਿਸ਼ ਇਹੀ ਹੈ ਕਿ ਭਾਵੇਂ ਸਰਕਾਰ ਕੁਛ ਕਰੇ, ਸਰਕਾਰ ਗੋਲੀ ਚਲਾਉਂਦੀ ਹੈ, ਚਲਾਉਣੀ ਚਾਹੁੰਦੀ ਚਲਾ ਲੈ, ਕਿ ਇਹਦੇ 'ਚ ਅਸੀਂ ਖੜਾਂਗੇ ਮੂਹਰੇ, ਅਸੀਂ ਆਪਦੇ ਬੱਚਿਆਂ ਨੂੰ ਮੂਹਰੇ ਨਹੀਂ ਹੋਣ ਦੇਵਾਂਗੇ। ਸਾਡੀ ਮਾਨਸਿਕਤਾ ਇਹ ਹੈ ਕਿ ਸਾਡੇ ਬੱਚੇ ਪਿੱਛੇ ਰਹਿਣ, ਅਸੀਂ ਮੂਹਰੇ ਹੋ ਕੇ ਲੜਾਂਗੇ। ਔਰ ਜੋ ਸਰਕਾਰ ਨੇ ਕਰਨਾ, ਸਾਡੇ ਤੇ ਕੇਸ ਪਾਉਣਾ ਕੇਸ ਪਾ ਲੇ, ਸਾਡੇ ਤੇ ਗੋਲੀ ਚਲਾਉਣੀ ਗੋਲੀ ਚਲਾ ਲੇ। ਅਗਰ ਇੱਥੋਂ ਤੱਕ ਮੈਂ ਆਪ ਜੀ ਦੇ ਮਾਧਿਅਮ ਦੇ ਰਾਹੀਂ ਇਹ ਵੀ ਕਹੂੰਗਾ ਨੌਜਵਾਨਾਂ ਨੂੰ ਕਿ ਦੇਖੋ, ਸਰਕਾਰ ਹਰ ਤਰ੍ਹਾਂ ਦੇ ਹੱਥਕੰਡੇ ਵਰਤੂਗੀ। ਪੁਲਿਸ ਦੇ ਵਿੱਚ ਵੀ ਜਿਹੜੇ ਨੌਜਵਾਨ ਨੇ, ਜਾਂ ਜਿਹੜੇ ਪੈਰਾਮਿਲਟਰੀ ਫੋਰਸ ਦੇ ਵਿੱਚ ਜਿਹੜੇ ਨੌਜਵਾਨ ਨੇ, ਜਾਂ ਜਿਹੜੇ CRP ਦੇ ਵਿੱਚ ਜਿਹੜੇ ਨੌਜਵਾਨ ਨੇ, ਉਹ ਕੋਈ ਅਮੀਰਾਂ ਦੇ ਨਹੀਂ, ਕੋਈ ਮੰਤਰੀਆਂ ਦੇ ਬੱਚੇ ਨਹੀਂ ਹੈ, ਉਹ ਸਾਡੇ ਕਿਸਾਨਾਂ ਤੇ ਮਜ਼ਦੂਰਾਂ ਦੇ ਬੱਚੇ ਨੇ। ਪਤਾ ਨਹੀਂ ਕਿੱਡੇ ਔਖੇ ਹੋ ਕੇ ਉਹਨਾਂ ਨੂੰ ਨੌਕਰੀਆਂ ਮਿਲੀਆਂ ਨੇ। ਇਹ ਜਿਨ੍ਹਾਂ ਨੂੰ ਬੜੇ ਔਖੇ ਹੋ ਗਿਆ ਜੇ ਨੌਕਰੀਆਂ ਮਿਲੀਆਂ ਨੇ ਨਾ, ਉਹਨਾਂ ਵਿਚਾਰਿਆਂ ਨੂੰ ਉਹ ਨਹੀਂ ਚਾਹੁੰਦੇ ਹੋਣਗੇ, ਉਹ ਦਿਲੋਂ ਨਹੀਂ ਚਾਹੁੰਦੇ ਹੋਣਗੇ ਵੀ ਇਹਨਾਂ ਦੇ ਅਸੀਂ ਲਾਠੀ ਚਾਰਜ ਕਰੀਏ ਜਾਂ ਇਹਨਾਂ ਦੇ ਸੋਟੀਆਂ ਮਾਰੀਏ। ਪਰ ਨਾ ਚਾਹੁੰਦਿਆਂ ਹੋਇਆਂ ਵੀ ਉਹਨਾਂ ਨੂੰ ਆਪਦੇ ਘਰ ਦਾ ਚੁੱਲ੍ਹਾ ਤਪਦਾ ਰੱਖਣ ਵਾਸਤੇ, ਆਪਦੀ ਰੋਜੀ ਰੋਟੀ ਕਮਾਉਣ ਵਾਸਤੇ, ਆਪਦੇ ਬੱਚੇ ਪਾਲਣ ਵਾਸਤੇ ਉਹਨਾਂ ਨੂੰ ਇਹ ਮਜਬੂਰੀ ਹੈ ਕਿ ਵਰਦੀ ਉਹਨਾਂ ਦੇ ਕੋਲੋਂ ਇਹ ਸਾਡੇ ਡਾਂਗਾ ਮਰਵਾ ਸਕਦੀ ਹੈ। ਲੇਕਿਨ ਜੇ ਮਾਰ ਵੀ ਜਾਂਦੇ ਨੇ ਸਾਡੇ ਡਾਂਗਾ, ਅਸੀਂ ਇਹ ਮੰਨ ਲਈਏ ਕਿ ਸਾਡੇ ਆਪਦੇ, ਜੇ ਹੁਣ ਅਸੀਂ ਕਿਸੇ ਵੱਟ ਡੋਲ ਤੇ ਲੜਦੇ ਹਾਂ, ਸਾਡੇ ਕੋਈ ਆਪਦਾ ਭਰਾ ਭਤੀਜਾ ਜੇ ਸਾਡੇ ਸੋਟੀ ਮਾਰ ਲੇ, ਫਿਰ ਵੀ ਤਾਂ ਅਸੀਂ ਬਰਦਾਸ਼ਤ ਕਰਦੇ ਹਾਂ ਨਾ। ਤੇ ਜੇ ਇਹ ਮੁੰਡੇ ਸਾਡੇ ਮਾਰ ਲੈਣਗੇ, ਫਿਰ ਸਾਨੂੰ ਕੀ ਫਰਕ ਪੈ ਜੂ? ਆਪਾਂ ਸ਼ਾਂਤਮਈ ਰਹਿਣਾ, ਇਹੀ ਸਾਨੂੰ ਅਖੀਰ ਤੇ, ਕਿਉਂਕਿ ਬਹੁਤ ਅਹਿਮ ਚੀਜ਼ਾਂ ਆਪਾਂ ਅੱਜ ਵਿਚਾਰ ਲਈਆਂ ਨੇ। ਅਖੀਰ ਤੇ ਹੁਣ ਕੀ ਜ਼ਿਹਨ ਦੇ ਵਿੱਚ ਚੱਲ ਰਿਹਾ ਇਸ ਵੇਲੇ, ਸੰਘਰਸ਼ ਨੂੰ ਅੱਗੇ ਕਿਵੇਂ ਲੈ ਕੇ ਚੱਲਣਾ ਹੈ, ਜਾਂ ਆਉਣ ਵਾਲੇ ਦਿਨਾਂ ਵਿੱਚ ਕੀ ਰਣਨੀਤੀ ਰਹਿਣ ਵਾਲੀ ਹੈ ਕਿਸਾਨ ਜਥੇਬੰਦੀ ਦੀ? ਬੜੇ ਵਿਸਥਾਰ ਜੇ ਦੇ ਵਿੱਚ, ਘੱਟ ਸ਼ਬਦਾਂ ਦੇ ਵਿੱਚ ਜੇ ਲੋਕਾਂ ਨੂੰ ਦੱਸਣਾ ਹੋਵੇ ਵੀ ਹੁਣ ਕਿਸਾਨ ਜਥੇਬੰਦੀਆਂ ਕੀ ਸੋਚ ਰਹੀਆਂ ਨੇ? ਦੇਖੋ, ਕਿਸਾਨ ਜਥੇਬੰਦੀਆਂ ਇਹ ਸੋਚ ਰਹੀਆਂ, ਪਹਿਲੀ ਤਾਂ ਗੱਲ ਹੈ, ਮੈਂ ਆਪ ਜੀ ਦੇ ਮਾਧਿਅਮ ਦੇ ਰਾਹੀਂ ਅੱਜ ਪੂਰੇ, ਕਿਉਂਕਿ ਮੈਂ ਪੰਜਾਬ ਨਾਲ ਜੁੜਿਆ ਹੋਇਆ ਹਾਂ, ਹਾਲਾਂਕਿ ਮੈਂ ਭਾਵੇਂ ਰਾਸ਼ਟਰੀ ਕਿਸਾਨ ਮਹਾਸੰਘ ਦਾ ਵੀ ਇੱਕ ਮਤਲਬ ਹਿੱਸਾ ਹੈ, ਬਾਹਰਲੇ ਬੈਠੇ ਲੋਕਾਂ ਨੂੰ ਮੇਰੀ ਪੰਜਾਬੀ ਦੀ ਗੱਲ ਦੀ ਸਮਝ ਵੀ ਨਹੀਂ ਆਉਣੀ ਕਿ ਵੀ ਮੈਂ ਕੀ ਬੋਲ ਰਿਹਾ, ਕੀ ਕਹਿ ਰਿਹਾ, ਲੇਕਿਨ ਮੇਰੇ ਪੰਜਾਬ ਦੇ ਵਿੱਚ ਵਸਦੇ ਲੋਕਾਂ ਨੂੰ ਤਾਂ ਮੇਰੀ ਗੱਲ ਸਮਝ ਆਊਗੀ। ਉਹਨਾਂ ਨੂੰ ਮੇਰੀ ਹੱਥ ਬੰਨ੍ਹ ਕੇ ਬੇਨਤੀ ਹੈ, ਮੇਰੇ ਵੀਰੋ ਦੋਸਤੋ,
ਕਿ ਅੱਜ ਘਰੇ ਬੈਠਣ ਦਾ ਸਮਾਂ ਨਹੀਂ ਰਿਹਾ। ਅੱਜ ਅੰਦੋਲਨ ਦੇ ਵਿੱਚ ਕੁੱਦਣ ਦਾ ਸਮਾਂ ਹੈ। ਹਰ ਘਰ ਦੇ ਵਿੱਚੋਂ ਇੱਕ ਇੱਕ ਦੋ ਦੋ ਮੈਂਬਰ ਘਰੇ ਰਹੋ, ਬਾਕੀ ਸਾਰੇ ਦੇ ਸਾਰੇ ਅੱਜ ਦਿੱਲੀ ਵੱਲ ਨੂੰ ਕੂਚ ਕਰੋ ਤਾਂ ਕਿ ਆਪਾਂ ਇੱਥੇ ਲੜਾਈ ਜਿੱਤ ਸਕੀਏ। ਇਹ ਸਾਡੀ ਆਰ ਪਾਰ ਦੀ ਲੜਾਈ ਹੈ। ਬੜਾ ਮੋਰਚਾ ਜਿੱਤ ਚੁੱਕਿਆ ਹੈ। ਸਾਨੂੰ ਦੇਸ਼ਾਂ ਵਿਦੇਸ਼ਾਂ ਤੋਂ ਸਮਰਥਨ ਮਿਲ ਰਿਹਾ ਹੈ। ਐਡਾ ਵੱਡੀ ਲੜਾਈ ਜ਼ਿੰਦਗੀ 'ਚ ਸਾਥੋਂ ਨਹੀਂ ਲੜੀ ਜਾਣੀ। ਐਡਾ ਵੱਡਾ ਅੰਦੋਲਨ ਹੋ ਸਕਦਾ ਦੁਬਾਰਾ ਖੜਾ ਨਾ ਹੋਵੇ। ਕਿਤੇ ਤੁਸੀਂ ਘਰੇ ਬੈਠ ਕੇ ਸਾਡੇ ਬੰਨੀ ਵਹਿੰਦੇ ਇਹ ਨਾ ਕਰ ਲਿਓ ਉਡੀਕਦੇ ਅੱਜ ਚੱਲਾਂਗੇ ਕੱਲ੍ਹ ਚੱਲਾਂਗੇ ਕਰਦੇ ਉਹ ਸਮਾਂ ਨਾ ਹੱਥ 'ਚੋਂ ਖੁੱਸ ਜੇ। ਕਿਰਪਾ ਕਰੋ ਤਕੜੇ ਹੋ ਕੇ ਮਾਰੋ ਹਮਲਾ। ਟਰੈਕਟਰ ਟਰਾਲੀਆਂ ਅੱਜ ਜੇ ਮੈਨੂੰ ਪਤਾ ਲੱਗਿਆ ਹੈ ਕਿ ਅੱਜ ਤਰਨਤਾਰਨ ਅੰਮ੍ਰਿਤਸਰ ਸਾਈਡ ਤੋਂ 500-600 ਟਰੈਕਟਰ ਟਰਾਲੀ ਆਈ ਹੈ। ਤੇ ਮੈਂ ਕਹੂੰਗਾ ਕਿ ਜਿਹੜਾ ਸਾਡਾ ਬਾਕੀ ਏਰੀਆ ਹੈ, ਜੇ ਅੱਜ ਮਾਝੇ ਤੋਂ ਟਰੈਕਟਰ ਟਰਾਲੀ 500-700 ਆਈ ਤਾਂ ਦੁਆਬੇ ਤੋਂ ਵੀ ਆਉਣੀ ਚਾਹੀਦੀ ਹੈ। ਜੇ ਅੱਜ ਸਾਡੀਆਂ ਕੰਬਾਈਨਾਂ ਦਾ ਮੈਸੇਜ ਮਿਲਿਆ ਕਿ ਕੰਬਾਈਨਾਂ ਲੈ ਕੇ ਸਾਡੇ ਕਿਸਾਨ ਚੱਲੇ ਹੋਏ ਨੇ। ਸਾਡਾ ਜਿਹੜੇ ਵੀਰ ਮਾਲਵਾ ਹੈ, ਮਾਲਵਾ ਪਹਿਲੀ ਝੁੱਟੀ ਦੇ ਵਿੱਚ ਬਹੁਤ ਵੱਡੀ ਪੱਧਰ ਦੇ ਉੱਤੇ ਮਾਲਵੇ ਨੇ ਆ ਕੇ ਮਤਲਬ ਸ਼ਮੂਲੀਅਤ ਕੀਤੀ ਹੈ। ਪਰ ਮੈਂ ਮਾਲਵੇ ਵਾਲਿਆਂ ਨੂੰ ਫਿਰ ਕਹੂੰਗਾ ਕਿ ਤੁਸੀਂ ਹਜੇ ਹੋਰ ਬਹੁਤ ਬੈਠੇ ਹੋ, ਤੁਸੀਂ ਜਥੇਬੰਦੀਆਂ ਨਾਲ ਜੁੜੇ ਹੋ ਵੀਰੋ। ਜੇਕਰ ਤੁਸੀਂ ਸਾਨੂੰ ਇਹ ਮੰਨਦੇ ਹੋ ਕਿ ਅਸੀਂ ਤੁਹਾਡੀ ਲੜਾਈ ਲੜ ਰਹੇ ਹਾਂ ਜਾਇਜ਼ ਹਾਂ, ਤਾਂ ਸਾਡੀ ਹੱਥ ਬੰਨ੍ਹ ਕੇ ਬੇਨਤੀ ਹੈ ਤਕੜੇ ਹੋ ਕੇ ਹਮਲਾ ਮਾਰੋ। ਘਰੇ ਨਾ ਬੈਠੇ ਰਹੋ। ਇਹ ਆਪਣੀ ਆਰ ਪਾਰ ਦੀ ਲੜਾਈ ਹੈ। ਇਹ ਸਾਡੀ ਜ਼ਿੰਦਗੀ ਦੀ ਲੜਾਈ ਹੈ। ਸ਼ਾਂਤਮਈ ਲੜਾਈ ਲੜਦਿਆਂ ਨੇ ਆਪਾਂ ਜਿੱਤਣਾ ਹੈ। ਇਹ ਸ਼ਾਂਤਮਈ ਲੜਾਈ ਤਾਂ ਹੀ ਜਿੱਤੀ ਜਾਂਦੀ ਹੈ ਜੇਕਰ ਤੁਹਾਡਾ ਸਾਰਿਆਂ ਦੀ ਸ਼ਮੂਲੀਅਤ ਹੋਏਗੀ। ਜਿੰਨੀ ਵੱਡੀ ਗਿਣਤੀ ਹੋਏਗੀ ਇੱਥੇ, ਸਰਕਾਰ ਸਾਡੇ ਤੇ ਕਿਸੇ ਤਰ੍ਹਾਂ ਦੀ ਵੀ ਕੋਈ ਤਸ਼ੱਦਦ ਨਹੀਂ ਕਰ ਸਕੇਗੀ। ਜਦੋਂ ਅਸੀਂ ਥੋੜ੍ਹੇ ਹਾਂ, ਥੋੜ੍ਹਿਆਂ ਦੇ ਨੂੰ ਖਦੇੜਨਾ ਸਰਕਾਰ ਲਈ ਬੜਾ ਸੌਖਾ ਹੁੰਦਾ ਹੈ ਔਰ ਵੱਡੀ ਗਿਣਤੀ ਨੂੰ ਖਦੇੜਨਾ ਸਰਕਾਰ ਲਈ ਔਖਾ ਹੋ ਜਾਂਦਾ ਹੈ। ਸੋ ਸਰਕਾਰ ਨੂੰ ਆਪਾਂ ਇੱਥੇ ਆ ਕੇ ਇਹ ਸੁਨੇਹਾ ਦੇਈਏ ਕਿ ਇਹ ਥੋੜ੍ਹੇ ਨਹੀਂ, ਇਹ ਜਿਹਨੂੰ ਦੁੱਥੋਂ ਤੱਕ ਜਾਂਦੀ ਹੈ ਨਿਗਾਹ ਜਾਏਗੀ, ਉੱਥੋਂ ਤੱਕ ਕਿਸਾਨ ਹੀ ਕਿਸਾਨ ਬੈਠੇ ਨਜ਼ਰ ਆਉਣ। ਤਾਂ ਮੈਂ ਅੱਜ ਦੇ ਮਾਧਿਅਮ ਦੇ ਇਹ ਕਹਿਣਾ ਚਾਹੂੰਗਾ। ਔਰ ਜਿਹੜੀ ਅਸੀਂ ਕਰਨ ਜਾ ਰਹੇ ਹਾਂ ਉਹ ਸਾਡਾ ਇਹ ਹੈ ਕਿ 14 ਤਰੀਕ ਤੋਂ ਅਸੀਂ ਜਿੰਨੇ ਵੀ 30 ਆਗੂ ਆ ਪੰਜਾਬ ਦੇ, ਉਹ ਸਾਰੇ ਅਸੀਂ ਮਤਲਬ ਅਨਸ਼ਨ 'ਤੇ ਬੈਠਾਂਗੇ। ਉਹ ਅਨਸ਼ਨ ਸਾਡਾ ਫਿਲਹਾਲ ਤਾਂ ਇੱਕ ਦਿਨ ਦਾ ਸਾਰਿਆਂ ਦਾ, ਸਰਕਾਰ ਦੀ ਆਤਮਾ 'ਚ ਝੰਜੋੜਨ ਵਾਸਤੇ। ਅਗਰ ਫਿਰ ਵੀ ਮੈਂ ਕਹੂੰਗਾ ਸਰਕਾਰ ਨਹੀਂ ਮੰਨਦੀ ਤਾਂ ਫਿਰ ਸਾਨੂੰ ਮਤਲਬ ਜਿਹੇ ਜਿਹਾ ਵੀ ਸਟੈਪ ਅੱਗੇ ਚੱਕਣਾ ਪਿਆ ਚੱਕਾਂਗੇ। ਔਰ ਸਾਡਾ ਰੋਡਾਂ ਬਲੌਕ ਕਰਨਾ ਕੋਈ ਇੱਛਾ ਨਹੀਂ ਸੀ, ਇਹ ਵੀ ਮੈਂ ਕਲੀਅਰ ਕਰ ਦਿਆਂ। ਕਿਉਂਕਿ ਦਿੱਲੀ ਦੇ ਵਿੱਚ ਲੋਕ ਬੈਠੇ ਨੇ, ਦਿੱਲੀ ਦੇ ਵਿੱਚ ਬੈਠੇ ਲੋਕਾਂ ਨੂੰ ਦੁਖੀ ਕਰਨਾ ਸਾਡੀ ਕੋਈ ਭਾਵਨਾ ਨਹੀਂ ਹੈ। ਲੇਕਿਨ ਇਹ ਤਾਂ ਸਰਕਾਰ ਆਪ ਕਰਵਾ ਰਹੀ ਹੈ ਸਾਥੋਂ। ਜੇ ਹੁਣ ਸਰਕਾਰ ਸਾਡੀਆਂ ਮੰਗਾਂ ਮੰਨ ਲਏ, ਜਿਹੜੇ ਸਾਨੂੰ ਹੋਰ ਲੋਕ ਸੱਦਣੇ ਪੈ ਰਹੇ ਨੇ ਤਾਂ ਨਾ ਸੱਦਣੇ ਪੈਣ। ਜੇ ਹੁਣ ਅੱਜ 700 ਟਰਾਲੀ ਹੋਰ ਆਈ ਹੈ, ਉਹਨਾਂ ਨੇ ਵੀ ਤਾਂ ਮਗਰ ਸੜਕ ਹੋਰ ਬਲੌਕ ਹੋ ਜਾਣੀ ਹੈ। ਜਿਹੜੇ ਸਾਡੇ ਮਤਲਬ ਆਪਣਾ ਜੈਪੁਰ ਹਾਈਵੇ ਤੋਂ ਲੋਕਾਂ ਨੇ ਆਉਣਾ ਹੈ, ਆ ਰਹੇ ਨੇ ਕੱਲ੍ਹ ਨੂੰ ਟਰੈਕਟਰ ਟਰਾਲੀਆਂ, ਉਹ ਵੀ ਤਾਂ ਹੀ ਆ ਰਹੇ ਨੇ। ਸਾਡੀ ਗੱਲ ਨਹੀਂ ਮੰਨੀ ਜਾ ਰਹੀ, ਤਾਂ ਨਹੀਂ ਮੰਨੀ ਜਾ ਰਹੀ ਤਾਂ ਉਹਨਾਂ ਨੇ ਦਿੱਲੀ ਆਉਣਾ ਹੈ। ਜਿੱਥੇ ਵੀ ਜੇ ਉਹਨਾਂ ਨੂੰ ਰੋਕਣਗੇ ਉੱਥੇ ਰੋਡਾਂ ਬਲੌਕ ਫਿਰ ਹੋ ਜਾਣਗੀਆਂ। ਸੋ ਸਰਕਾਰ ਨੂੰ ਚਾਹੀਦਾ ਵੀ ਲੋਕਾਂ ਨੂੰ ਪਰੇਸ਼ਾਨ ਨਾ ਕਰੇ, ਦਿੱਲੀ ਦੇ ਲੋਕਾਂ ਨੂੰ ਪਰੇਸ਼ਾਨ ਨਾ ਕਰਵਾਵੇ। ਉਹਨੂੰ ਸਾਡੀ ਮੰਗ ਮੰਨੇ, ਸਾਡਾ ਮਸਲੇ ਦਾ ਹੱਲ ਹੋਵੇ, ਅਸੀਂ ਲੋਕਾਂ ਨੂੰ ਮਤਲਬ ਫਤਿਹ ਬੁਲਾਈਏ ਤੇ ਅਸੀਂ ਆਪਦੇ ਘਰ ਨੂੰ ਜਾਈਏ। ਸਨ ਜਗਜੀਤ ਸਿੰਘ ਡੱਲੇਵਾਲ, ਬੜੀ ਵਿਸਥਾਰ ਦੇ ਨਾਲ ਅੱਜ ਚਰਚਾ ਕੀਤੀ ਹੈ ਕਿਉਂਕਿ ਲਗਾਤਾਰਤਾ ਦੇ ਵਿੱਚ ਤੁਹਾਨੂੰ ਹਰੇਕ ਵਿਅਕਤੀ ਜਿਹੜਾ ਇਸ ਸੰਘਰਸ਼ ਦਾ ਹਿੱਸਾ ਬਣ ਰਿਹਾ ਉਹਨਾਂ ਦੇ ਨਾਲ ਤੁਹਾਡੀ ਮੁਲਾਕਾਤ ਕਰਵਾ ਰਹੇ ਹਾਂ। ਕਿਸੇ ਨਾ ਕਿਸੇ ਤਰੀਕੇ ਕਲਾਕਾਰ ਪਹੁੰਚ ਰਹੇ ਨੇ, ਗਾਇਕ ਪਹੁੰਚ ਰਹੇ ਨੇ, ਬਹੁਤ ਸਾਰੇ ਵੱਖ-ਵੱਖ ਵਰਗਾਂ ਦੇ ਨਾਲ ਜੁੜੇ ਹੋਏ ਲੋਕ ਪਹੁੰਚ ਰਹੇ ਨੇ, ਔਰਤਾਂ ਪਹੁੰਚ ਰਹੀਆਂ ਨੇ। ਹਰੇਕ ਵਿਅਕਤੀ ਦੇ ਨਾਲ ਤੁਹਾਡੀ ਮੁਲਾਕਾਤ ਕਰਵਾ ਰਹੇ ਹਾਂ। ਪਰ ਕਿਸਾਨ ਆਗੂਆਂ ਦੇ ਨਾਲ ਜਿਹੜੇ ਇਸ ਸੰਘਰਸ਼ ਨੂੰ ਨੇੜਿਓਂ ਹੋ ਕੇ ਦੇਖ ਰਹੇ ਨੇ, ਉਹਨਾਂ ਦੇ ਨਾਲ ਵੀ ਉਹਨਾਂ ਦੇ ਜ਼ਿਹਨ ਦੇ ਵਿੱਚ ਕੀ ਚੱਲ ਰਿਹਾ ਉਹ ਵੀ ਤੁਹਾਨੂੰ ਦੱਸਣਾ ਬੇहद ਜ਼ਰੂਰੀ ਸੀਗਾ। ਕਿਉਂਕਿ ਇਸ ਵੇਲੇ ਲੜਾਈ ਜਿਹੜੀ ਹੈ ਉਹ ਹੁਣ ਸਿਰਫ ਆਪਾਂ ਕਹਿ ਲਈਏ ਵਿਅਕਤੀਗਤ ਨਹੀਂ ਰਹਿ ਗਈ ਜਾਂ ਕਿਸਾਨਾਂ ਦੀ ਨਹੀਂ ਰਹਿ ਗਈ, ਜਨ ਅੰਦੋਲਨ ਬਣ ਚੁੱਕਾ। ਤਾਂ ਇਸ ਦੇ ਨਤੀਜੇ ਜਿਹੜੇ ਨੇ ਸਾਰਥਕ ਤਾਂ ਹੀ ਹੋਣਗੇ ਜੇ ਵੱਡੀ ਗਿਣਤੀ ਦੇ ਵਿੱਚ ਲੋਕਾਂ ਦਾ ਇਸ ਦੇ ਵਿੱਚ ਸ਼ਮੂਲੀਅਤ ਰਹੇ, ਉਹਨਾਂ ਦਾ ਸਾਥ ਰਹੇ। ਤਾਂ ਇਹੀ ਗੱਲ ਡੱਲੇਵਾਲ ਸਾਹਿਬ ਨੇ ਵੀ ਕਹੀ ਹੈ ਕਿ ਲੋਕਾਂ ਨੂੰ ਵੱਡੀ ਗਿਣਤੀ ਦੇ ਵਿੱਚ ਇਸ ਦਾ ਹਿੱਸਾ ਬਣਨਾ ਪਵੇਗਾ, ਤਾਂ ਹੀ ਇਹ ਸੰਘਰਸ਼ ਜਿਹੜਾ ਆ ਉਹ ਜਿੱਤਿਆ ਜਾਵੇਗਾ। ਤੁਹਾਡਾ ਇਸ ਪੂਰੇ ਵੀਡੀਓ ਦੇ ਬਾਰੇ ਕੀ ਕਹਿਣਾ ਹੈਗਾ ਜਾਂ ਇਸ ਸੰਘਰਸ਼ ਦੇ ਬਾਰੇ ਕੀ ਕਹਿਣਾ ਹੈਗਾ? ਤੁਸੀਂ ਆਪਣੀਆਂ ਟਿੱਪਣੀਆਂ ਲਗਾਤਾਰ ਸਾਡੇ ਨਾਲ ਸਾਂਝੀਆਂ ਕਰ ਰਹੇ ਹੋ, ਤੇ ਇਸ ਵੀਡੀਓ ਦੇ ਜ਼ਰੀਏ ਵੀ ਆਪਣੇ ਟਵੀਟ ਜਾਂ ਟਵਿੱਟਣੀਆਂ ਜਿਹੜੀਆਂ ਟਿੱਪਣੀਆਂ ਨੇ ਉਹ ਸਾਂਝੀਆਂ ਜ਼ਰੂਰ ਕਰਨਾ, ਤਾਂ ਜੋ ਸਾਨੂੰ ਵੀ ਪਤਾ ਲੱਗਦਾ ਰਹੇ ਕਿ ਤੁਹਾਡੇ ਜ਼ਿਹਨ ਦੇ ਵਿੱਚ ਕੀ ਚੱਲ ਰਿਹਾ, ਘਰਾਂ ਦੇ ਵਿੱਚ ਕਿਉਂ ਲੋਕ ਬੈਠੇ ਨੇ, ਕਿਉਂ ਹਾਲੇ ਤੱਕ ਇਸ ਸੰਘਰਸ਼ ਦਾ ਹਿੱਸਾ ਨਹੀਂ ਬਣ ਰਹੇ। ਉਹ ਵੀ ਵੱਡੇ ਸਵਾਲ ਨੇ, ਉਹਨਾਂ ਦੇ ਜਵਾਬ ਵੀ ਤੁਸੀਂ ਆਪਣੇ ਕੀਮਤੀ ਸੁਝਾਅ ਜਿਹੜੇ ਨੇ ਉਹ ਜ਼ਰੂਰ ਸਾਡੇ ਨਾਲ ਸਾਂਝੇ ਕਰਨੇ। ਫਿਲਹਾਲ ਤੁਹਾਡੇ ਤੋਂ ਅੱਗੇ ਲੈਣੇ ਸਹਿਯੋਗੀ ਜੱਸੀ ਦੇ ਨਾਲ ਹਰਦੀਪ ਸਿੰਘ ਭੋਗਲ, ਸਪੋਕਸਮੈਨ TV, ਕੁੰਡਲੀ ਬਾਰਡਰ।